ਤੁਹਾਡੇ ਸਾਹਮਣੇ ਪਹਿਲੀ ਵਾਰੀ ਇਹ ਮੈਂ ਗੱਲ ਕਹਿ ਰਿਹਾ। जिस दिन दीप जाता है 15 फरवरी ਨੂੰ ਉਸ ਦਿਨ ਕੱਲਾ ਦੀਪ ਹੀ ਨਹੀਂ ਜਾਂਦਾ, ਉਸ ਦਿਨ ਜੋਰੇ ਦੀ ਵੀ ਡੈਥ ਹੁੰਦੀ ਹੈ। ਮੇਰੇ ਲਈ ਉਸ ਦਿਨ ਦੋ ਮੌਤਾਂ ਹੁੰਦੀਆਂ ਨੇ। ਸੈਲੀਬ੍ਰਿਟੀ ਹੈ ਜਿਹੜੇ ਉਹ ਬਹੁਤ ਡਰਪੋਕ ਬੰਦੇ ਹੁੰਦੇ ਆ, ਉਹਨਾਂ ਨੇ ਆਪਦਾ ਬਿਜ਼ਨਸ ਆਪਦੇ ਅਕਾਊਂਟ ਆ ਜਿਹੜੇ ਬੈਂਕ ਅਕਾਊਂਟ ਉਹ ਭਰਨੇ ਹੁੰਦੇ ਆ। ਉਹ ਫਿਲਮ ਕਦੇ ਨਹੀਂ ਬਣੂਗੀ, ਨਾ ਹੀ ਉਹਦੇ ਤੇ ਮੈਂ ਸੋਚਣਾ, ਨਾ ਹੀ ਉਹ ਮਤਲਬ ਇੱਕ ਦੁਖਾਂਤ ਆ ਬਹੁਤ ਵੱਡਾ। ਮੇਰੀਆਂ ਦੋਨੇ ਫਿਲਮਾਂ ਹੀ ਆ ਜਿਹੜੀਆਂ ਉਹ ਜੇ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਉਹ ਸਫਲ ਫਿਲਮਾਂ ਨਹੀਂ ਗਈਆਂ। ਉਹ ਵੱਖਰੀ ਗੱਲ ਆ, ਉਹ ਬਾਅਦ ਦੇ ਵਿੱਚ ਬਹੁਤ ਚਰਚਿਤ ਹੋਈਆਂ, ਬਹੁਤ ਦੇਖੀਆਂ ਗਈਆਂ, ਅੱਜ ਉਹਨਾਂ ਦੀ ਬਹੁਤ ਚਰਚਾ, ਬਹੁਤ ਉਹਨਾਂ ਨੂੰ ਪਸੰਦ ਕੀਤਾ ਜਾਂਦਾ, ਪਰ ਸਿਨੇਮੇ ਦੇ ਵਿੱਚ ਤਾਂ ਉਹਨਾਂ ਨੇ ਨਹੀਂ ਨਾ ਪੈਸੇ ਕਮਾਏ। ਦੀਪ ਸਿੱਧੂ ਦਾ ਬਦਲ ਇਸ ਤਰੀਕੇ ਨਾਲ ਹਾਲੇ ਸਾਨੂੰ ਨੇੜਲੇ ਭਵਿੱਖ 'ਚ ਨਹੀਂ ਕੋਈ ਨਜ਼ਰ ਆ ਰਿਹਾ। ਜਿਸ ਫਿਲਮ ਇੰਡਸਟਰੀ ਦੀ ਜਾਂ ਜਿਸ ਮਿਊਜ਼ਿਕ ਇੰਡਸਟਰੀ ਦੇ ਨਾਲ ਤੁਸੀਂ ਜੋੜ ਕੇ ਸਵਾਲ ਪੁੱਛਿਆ, ਉੱਥੇ ਤਾਂ ਮਤਲਬ ਹੀ ਮੁੱਖ ਰੂਪ ਦੇ ਵਿੱਚ ਮੇਰਾ ਜਿਹੜਾ ਕੇਂਦਰ ਸੀ ਉਹ ਬੱਚੇ ਸੀ, ਨੌਜਵਾਨ ਜਿਹੜੇ ਫਿਲਮ ਲਿਖਣੀ ਸਿੱਖਣਾ ਚਾਹੁੰਦੇ ਆ ਕਿ ਉਹਨਾਂ ਨੂੰ ਇੱਕ ਮੈਂ ਦੱਸ ਸਕਾਂ ਕਿ ਫਿਲਮ ਐ ਲਿਖੀ ਹੈ, ਤਾਂ ਇਹ ਕਿਤਾਬ ਦਾ ਖਿਆਲ ਆ। ਉਸ ਕਿਸਮ ਦੇ ਬੰਦੇ, ਉਸ ਕਿਸਮ ਦੇ ਨੌਜਵਾਨ, ਉਸ ਕਿਸਮ ਦੇ ਯੋਧੇ ਆ ਜਿਹੜੇ ਉਹ ਸਦੀਆਂ ਬਾਅਦ ਕਿਤੇ ਪੈਦਾ ਹੁੰਦੇ ਨੇ। ਜੇ ਤੁਸੀਂ ਫਿਲਮ ਸਿਰਫ ਪੈਸੇ ਕਮਾਉਣ ਲਈ ਬਣਾ ਰਹੇ ਹੋ, ਜੇ ਤੁਸੀਂ ਫਿਲਮ ਸਿਰਫ ਐਂਟਰਟੇਨਮੈਂਟ ਲਈ ਬਣਾ ਰਹੇ ਹੋ, ਤਾਂ ਮੈਨੂੰ ਲੱਗਦਾ ਕਿ ਤੁਸੀਂ ਵਿਚਾਰਧਾਰਕ ਪੱਖ ਤੇ ਕੋਈ ਵੱਡੀ ਗੱਲ ਨਹੀਂ ਕਰ ਪਾਓਗੇ, ਕਿਉਂਕਿ ਤੁਹਾਡਾ ਮਕਸਦ ਆ ਜਿਹੜਾ ਉਹ ਸਿਰਫ ਐਂਟਰਟੇਨ ਕਰਨਾ, ਔਰ ਤੁਹਾਡਾ ਮਕਸਦ ਆ ਜਿਹੜਾ ਉਹ ਸਿਰਫ ਪੈਸੇ ਕਮਾਉਣਾ ਹੈ। ਸਿਨੇਮਾ ਮੈਂ ਕਹਿਣਾ ਹੁੰਦਾ ਕਿ ਅਭਿਵਿਅਕਤੀ ਦਾ, ਗੱਲ ਕਹਿਣ ਦਾ ਬਹੁਤ ਸ਼ਕਤੀਸ਼ਾਲੀ ਮਾਧਿਅਮ। ਇਹਦੇ 'ਚ ਉਹ ਕੁਝ ਕਿਹਾ ਜਾ ਸਕਦਾ ਜਿਹੜਾ ਸਾਹਿਤ 'ਚ ਨਹੀਂ ਕਿਹਾ ਜਾ ਸਕਦਾ, ਜਿਹੜਾ ਰੰਗਮੰਚ ਨਾਟਕਾਂ 'ਚ ਨਹੀਂ ਕਿਹਾ ਜਾ ਸਕਦਾ। ਕਿ ਦੀਪ ਸਿੱਧੂ ਨਹੀਂ ਉਹਨਾਂ ਵਿਚਾਰਧਾਰਕ ਸੀ ਵੀ ਇੱਥੇ ਜਾਂ ਤਾਂ ਅਮਰਦੀਪ ਗਿੱਲ ਦੀ ਵਿਚਾਰਧਾਰਾ ਕੰਮ ਕਰਦੀ ਹੈ ਜਾਂ ਅਜਮੇਰ ਸਿੰਘ ਤਾਂ ਉਹਦੇ 'ਚ ਤੁਹਾਨੂੰ ਕਿਵੇਂ ਲੱਗਦਾ ਹੈਗਾ ਵੀ ਕੀ ਉਹ ਜਿਹੜੇ ਗੱਲ ਬਣੀ ਹੋਈ ਆ ਉਹਦੀ ਕੀ ਸੱਚਾਈ ਹੈ? ਅਸੀਂ ਉਮਰ ਦੇ ਵਿੱਚ ਵੱਡੇ ਸੀ, ਉਹਦੇ ਆਸੇ-ਪਾਸੇ ਬਾਈ ਅਜਮੇਰ ਸਿੰਘ ਹੋਣ ਜਾਂ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਹੋਣ ਜਾਂ ਮੈਂ ਹੋਵਾਂ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਉਹਨੂੰ ਕੋਈ ਅਸੀਂ ਲਾਈਨ ਦੇ ਰਹੇ ਸੀ। ਤੁਸੀਂ ਇੱਕ ਗੱਲ ਸੁਣੀ ਹੋਣੀ ਆ ਬਾਈ ਅਜਮੇਰ ਸਿੰਘ ਹੋਰਾਂ ਦੀ ਇੰਟਰਵਿਊ ਦੇ ਵਿੱਚ ਵੀ, ਉਹਨਾਂ ਨੇ ਕਿਹਾ ਕਿ ਦੀਪ ਨੇ ਮੇਰੇ ਤੋਂ ਘੱਟ ਸਿੱਖਿਆ, ਮੈਂ ਦੀਪ ਤੋਂ ਜ਼ਿਆਦਾ ਸਿੱਖਿਆ। ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਗਿਆਨ ਪ੍ਰਾਪਤ ਕਰ ਲੈਣਾ ਤਾਂ ਆਉਂਦਾ ਹੁੰਦਾ, ਪਰ ਉਹ ਅੱਗੇ ਦੱਸਣਾ ਨਹੀਂ ਆਉਂਦਾ ਹੁੰਦਾ। ਦੀਪ ਨੂੰ ਉਹ ਗੱਲ ਪਤਾ ਸੀ, ਉਹ ਬਹੁਤ ਮੌਲਿਕ ਰੂਪ ਦੇ ਵਿੱਚ ਉਹ ਗੱਲ ਨੂੰ ਅੱਗੇ ਕਰਦਾ ਸੀਗਾ। ਦੀਪ ਸਾਡੇ ਤੋਂ ਅੱਗੇ ਦੀ ਗੱਲ ਕਰਦਾ। ਦੀਪ ਫੀਲਡ ਦੇ ਵਿੱਚ, ਖੇਤਰ ਦੇ ਵਿੱਚ ਉਹ ਪ੍ਰੈਕਟੀਕਲੀ ਉੱਤਰ ਕੇ ਲੜਦਾ। ਉਹ ਮੈਨੂੰ ਕਹਿੰਦਾ ਸੀ, ਸਰ ਮੈਂ ਜਦੋਂ ਬੰਬੇ ਆਇਆ ਤਾਂ ਮੇਰੇ ਬੈਗ ਪਾਇਆ ਹੋਇਆ ਸੀਗਾ, ਆਪਾਂ ਸਾਰੀ ਕਮਾਈ ਹੈ ਜਿਹੜੀ ਉਹ ਬੰਬੇ 'ਚ ਹੀ ਕੀਤੀ ਹੈ, ਇੱਥੋਂ ਹੀ ਕੀਤੀ ਹੈ, ਘਰੋਂ ਨਹੀਂ ਆਪਾਂ ਕੁਝ ਲੈ ਕੇ ਆਏ। ਸੈਲਫ ਮੇਡ ਬੰਦਾ ਸੀ ਕਿ ਉਹਨੇ ਕੁਝ ਵੀ ਕੀਤਾ ਤਾਂ ਆਪਦੀ ਹਿੱਕ ਦੇ ਜ਼ੋਰ ਤੇ ਕੀਤਾ। ਯਾਰ ਮੇਰਾ ਤੁਸੀਂ ਕੀ ਕਰ ਲਓਗੇ, ਮੈਂ ਆਪਦਾ ਤਾਂ ਕੁਝ ਲੈਣਾ ਹੀ ਨਹੀਂ ਫਾਇਦਾ, ਮੈਂ ਤਾਂ ਪੰਜਾਬ ਲਈ, ਕੌਮ ਲਈ ਲੜ ਰਿਹਾ। ਇਸ ਕਰਕੇ ਜਿਹੜੀ ਗੱਲ ਮੈਨੂੰ ਸਹੀ ਲੱਗਦੀ ਉਹ ਮੈਂ ਕਹੂੰਗਾ। ਮੇਰਾ ਨੁਕਸਾਨ ਤੁਸੀਂ ਕੀ ਕਰ ਲਓਗੇ? ਦੀਪ ਆ ਜਿਹੜਾ, ਪਹਿਲਾਂ ਤਾਂ ਜੋਰਾ ਦੀਪ ਦੇ ਕਰੈਕਟਰ ਦਾ ਵਿਸਤਾਰ ਆ, ਤੇ ਫਿਰ ਦੀਪ ਜੋਰੇ ਦਾ ਵਿਸਤਾਰ ਆ। ਮੈਨੂੰ ਤਾਂ ਪੁੱਛਦੇ ਆ ਕਿ ਦੀਪ ਕਿਹੜੀਆਂ ਕਿਤਾਬਾਂ ਪੜ੍ਹਦਾ ਸੀ, ਦੀਪ ਇੰਨਾ ਸਿਆਣਾ ਕਿਵੇਂ ਸੀ। ਮੈਂ ਉਹਨਾਂ ਨੂੰ ਕਹਿਣਾ ਹੁੰਦਾ ਕਿ ਤੁਸੀਂ ਨਾ ਸਿਰਫ ਇੰਨੀ ਜਰਨੀ ਹੈ ਜਿਹੜੀ ਦੀਪ ਦੀ, ਦੀਪ ਸਿੱਧੂ ਤੋਂ ਭਾਈ ਸੰਦੀਪ ਸਿੰਘ ਬਣਨ ਤੱਕ ਦਾ ਜਿਹੜਾ ਉਹਦਾ ਸਫ਼ਰ ਆ, ਸਿਰਫ ਇਹ ਵਾਚੋ ਕਿ ਉਹ ਇੱਕ ਦੀਪ ਸਿੱਧੂ ਭਾਈ ਸੰਦੀਪ ਸਿੰਘ ਕਿਵੇਂ ਬਣ ਗਿਆ। ਪੰਜਾਬ ਸੱਤ ਦੇਖ ਰਹੇ ਹੋ, ਮੈਂ ਮੇਵਾ ਸਿੰਘ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਦੋਸਤੋ, ਫਿਲਮਾਂ ਬਣਦੀਆਂ ਰਹਿੰਦੀਆਂ ਤੇ ਲੋਕਾਂ ਦੇ ਸਾਹਮਣੇ ਆਉਂਦੀਆਂ ਰਹਿੰਦੀਆਂ। ਪੰਜਾਬੀ ਸਿਨੇਮੇ ਦਾ ਹੁਣ ਇੱਕ ਨਿਖਰਿਆ ਹੋਇਆ ਨਵਾਂ ਰੂਪ ਸਾਹਮਣੇ ਆ ਰਿਹਾ ਹੈ। ਤਾਂ ਸਿਨੇਮੇ ਦੇ ਵਿੱਚੋਂ ਕਿਤਾਬਾਂ, ਸਾਹਿਤ ਨਿਕਲ ਰਿਹਾ। ਪਹਿਲਾ ਕਦਮ ਇਹ ਹੋ ਸਕਦਾ ਹੈ ਕਿ ਦੀਪ ਸਿੱਧੂ ਦੀ ਫਿਲਮ ਜੋਰਾ 10 ਨੰਬਰੀ ਆ, ਉਹਨੂੰ ਇੱਕ ਕਿਤਾਬ ਦਾ ਰੂਪ ਦੇ ਕੇ ਉਹਦੀ ਸਕ੍ਰਿਪਟ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਤਾਂ ਫਿਲਮ ਦੇ ਲੇਖਕ ਡਾਇਰੈਕਟਰ ਅਮਰਦੀਪ ਗਿੱਲ ਜੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਦੀਪ ਸਿੱਧੂ ਬਾਰੇ, ਕਿਤਾਬ ਬਾਰੇ, ਉਹਨਾਂ ਦੀਆਂ ਫਿਲਮਾਂ ਬਾਰੇ। ਤਾਂ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ। ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
ਅਮਰਦੀਪ ਜੀ ਆਪਾਂ ਗੱਲ ਇੱਥੋਂ ਸ਼ੁਰੂ ਕਰਨੀ ਹੈ ਕਿ ਜਿਹੜੀ ਫਿਲਮਾਂ ਨੇ ਜੀ ਉਹਨਾਂ ਨੂੰ ਕਿਤਾਬੀ ਰੂਪ ਦੇਣ ਦਾ ਲਗਭਗ ਇਹ ਪਹਿਲਾ ਕਦਮ ਹੈ। ਇਹ ਵਿਚਾਰ ਕਦੋਂ ਆਇਆ ਮਨ 'ਚ? ਇਹ ਨਾ ਅਸਲ ਦੇ ਵਿੱਚ ਜਦੋਂ ਮੈਂ ਫਿਲਮ ਲਿਖੀ ਸੀਗੀ, ਫਿਲਮ ਬਣੀ ਆ 2017 ਚ ਰਿਲੀਜ਼ ਹੋਈ ਸੀ। ਮੰਨ ਲਓ ਵੀ 2013-14 ਚ ਜਦੋਂ ਮੈਂ ਇਹ ਫਿਲਮ ਲਿਖ ਰਿਹਾ ਸੀਗਾ, ਉਸ ਵਕਤ ਹੀ ਮੈਂ ਇਹ ਗੱਲ ਸੋਚ ਲਈ ਸੀ ਕਿ ਮੈਂ ਸਕ੍ਰਿਪਟ ਆ ਜਿਹੜੀ ਇਹਨੂੰ ਪਬਲਿਸ਼ ਕਰੂੰਗਾ, ਕਿਉਂਕਿ ਹੋਰ ਭਾਸ਼ਾਵਾਂ ਦੇ ਵਿੱਚ ਖਾਸ ਕਰਕੇ ਅੰਗਰੇਜ਼ੀ ਦੇ ਵਿੱਚ ਜਿਹੜੀਆਂ ਹਿੰਦੀ ਦੀਆਂ ਫਿਲਮਾਂ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਫਿਲਮਾਂ ਦੀਆਂ ਨਾ ਸਕ੍ਰਿਪਟਸ ਨੇ ਜਿਹੜੀਆਂ ਉਹ ਛਪਦੀਆਂ ਨੇ। ਕੁਝ ਉਹ ਫਿਲਮਾਂ ਨੇ ਜਿਨ੍ਹਾਂ ਦੀਆਂ ਸਕ੍ਰਿਪਟ ਛਪ ਕੇ ਆਈਆਂ, ਜਿਹੜੀਆਂ ਫਿਲਮਾਂ ਬਹੁਤ ਕਲਟ ਫਿਲਮਾਂ ਨੇ, ਜਿਹੜੀਆਂ ਬਹੁਤ ਮਸ਼ਹੂਰ ਫਿਲਮਾਂ ਨੇ। ਬਹੁਤ ਸਾਰੀਆਂ ਫਿਲਮਾਂ ਉਹਨਾਂ ਦੀਆਂ ਸਕ੍ਰਿਪਟਸ ਛਪ ਕੇ ਆਈਆਂ ਜਿਹੜੀਆਂ ਕਿਸੇ ਵੱਡੇ ਲੇਖਕ ਨੇ ਲਿਖੀਆਂ ਸੀ, ਜਿਵੇਂ ਕਿ ਗੁਲਜ਼ਾਰ ਸਾਹਿਬ ਦੀਆਂ ਫਿਲਮਾਂ ਨੇ, ਚਾਹੇ ਲੇਕੇ ਨਾਮਾ ਦੀ ਫਿਲਮ ਜਾਂ ਪ੍ਰੀਚਾ ਜਾਂ ਮਾਚਿਸ। ਗੁਲਜ਼ਾਰ ਸਾਹਿਬ ਬਹੁਤ ਵੱਡੇ ਸ਼ਾਇਰ ਨੇ, ਲੇਖਕ ਨੇ, ਇਸ ਕਰਕੇ ਤੁਸੀਂ ਦੇਖਿਆ ਹੋਣਾ ਰਾਜ ਕਮਲ ਪ੍ਰਕਾਸ਼ਨ ਨੇ ਉਹਨਾਂ ਦੀਆਂ ਫਿਲਮਾਂ ਦੀਆਂ ਸਕ੍ਰਿਪਟ ਸੀ ਜਿਹੜੀਆਂ ਉਹ ਛਾਪੀਆਂ, ਕਿਉਂਕਿ ਉਹਨਾਂ ਦਾ ਇੱਕ ਸਾਹਿਤਕ ਮਹੱਤਵ ਆ। ਮੈਂ ਇਹ ਗੱਲ ਨਹੀਂ ਕਹਿੰਦਾ ਕਿ ਮੇਰੀ ਫਿਲਮ ਕੋਈ ਬਹੁਤ ਮਹਾਨ ਫਿਲਮ ਆ ਜਾਂ ਮੈਂ ਕੋਈ ਬਹੁਤ ਵੱਡਾ ਰਾਈਟਰ ਆ, ਪਰ ਮੈਂ ਇੱਕ ਗੱਲ ਬਹੁਤ ਸਿੱਖੀ ਆਪਦੇ ਅਨੁਭਵ ਤੋਂ ਕਿ ਜਦੋਂ ਮੈਂ ਫਿਲਮ ਲਿਖਣੀ ਸੀ ਤੇ ਮੈਨੂੰ ਨਹੀਂ ਸੀ ਪਤਾ ਫਿਲਮ ਕਿਵੇਂ ਲਿਖੀ ਜਾਂਦੀ ਹੈ। ਨਾ ਮੇਰੇ ਕੋਲੇ ਕੋਈ ਕਿਤਾਬ ਸੀ ਇਹੋ ਜੀ, ਨਾ ਮੇਰੇ ਕੋਲੇ ਕੋਈ ਹੋਰ ਸੋਰਸ ਸੀ। ਮੈਂ ਫਿਲਮਾਂ ਦੇਖ ਕੇ ਫਿਲਮਾਂ ਲਿਖਣੀਆਂ ਸਿੱਖੀਆਂ। ਮੈਂ ਨਾਟਕ ਦੀ ਸਕ੍ਰਿਪਟ ਪੜ੍ਹਦਾ ਹੁੰਦਾ, ਜਿੱਦਾਂ ਅਜਮੇਰ ਸਿੰਘ ਔਲਖ ਹੋਰਾਂ ਦੇ ਨਾਟਕਾਂ ਦੀਆਂ ਸਕ੍ਰਿਪਟਾਂ ਪੜ੍ਹੀਆਂ ਮੈਂ ਮੁੱਖ ਰੂਪ ਦੇ ਵਿੱਚ, ਤਾਂ ਮੈਨੂੰ ਇਦਾਂ ਲੱਗਦਾ ਸੀ ਕਿ ਫਿਲਮ ਵੀ ਐਂ ਜਿਹੀ ਹੀ ਲਿਖੀ ਜਾਂਦੀ ਹੋਊਗੀ। ਮੈਂ ਆਪਣੇ ਤਰੀਕੇ ਨਾਲ ਲਿਖੀ ਫਿਲਮ। ਬਾਅਦ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਸਕ੍ਰਿਪਟਾਂ ਹੋਰ ਛਪੀਆਂ ਹੋਈਆਂ ਸੀਗੀਆਂ ਹਿੰਦੀ ਜਾਂ ਅੰਗਰੇਜ਼ੀ ਦੀਆਂ ਮੈਨੂੰ ਮਿਲੀਆਂ, ਤਾਂ ਮੈਨੂੰ ਇਹ ਲੱਗਿਆ ਪਤਾ ਕਿ ਮੈਂ ਠੀਕ ਹੀ ਲਿਖਿਆ, ਵੀ ਉਹ ਮੇਰੇ ਵਾਂਗੂ ਹੀ ਮੈਂ ਉਵੇਂ ਹੀ ਲਿਖਿਆ ਜਿਵੇਂ ਉਹਨਾਂ ਨੇ ਲਿਖੀਆਂ। ਪਰ ਪੰਜਾਬੀ ਦੇ ਵਿੱਚ ਜਿਹੜੇ ਨਵੇਂ ਮੁੰਡੇ ਸੀਗੇ ਅੱਜ ਵੀ, ਉਹ ਮੈਨੂੰ ਬਹੁਤ ਫੋਨ ਕਰਦੇ ਸੀ ਕਿ ਬਾਈ ਜੀ ਅਸੀਂ ਫਿਲਮ ਲਿਖਣੀ ਆ, ਫਿਲਮ ਦਾ ਆਈਡੀਆ ਸਾਡੇ ਦਿਮਾਗ 'ਚ ਆ, ਪਰ ਸਾਨੂੰ ਇਹ ਨਹੀਂ ਪਤਾ ਕਿ ਫਿਲਮ ਲਿਖੀ ਦੀ ਕਿਵੇਂ ਆ। ਤਾਂ ਮੈਂ ਕੀ ਕਰਦਾ ਸੀ ਵੀ ਜਿਹੜੇ ਮੇਰੇ ਕੋਲੇ ਕੋਈ ਸ਼ਾਰਟ ਫਿਲਮਾਂ ਜਿਵੇਂ ਸੁੱਤਾ ਨਾਗ, ਖੂਨ, ਉਹਨਾਂ ਦੀਆਂ ਸਕ੍ਰਿਪਟ ਦੀਆਂ PDF ਹੁੰਦੀਆਂ ਸੀ ਤੇ ਮੈਂ ਉਹਨਾਂ ਨੂੰ ਮੇਲ ਕਰ ਦਿੰਦਾ ਸੀ, ਕਿਉਂਕਿ ਮੇਰੀ ਆਦਤ ਆ ਮੈਂ ਹਰ ਕਿਸੇ ਦੀ ਗੱਲ ਸੁਣਦਾ ਔਰ ਸਤਿਕਾਰ ਸਹਿਤ ਜੋ ਵੀ ਮੈਂ ਉਹਨਾਂ ਦੀ ਮਦਦ ਕਰ ਸਕਦਾ ਉਹ ਮੈਂ ਕਰਦਾ। ਇਹ ਸੁਣਨ ਵਾਲੇ ਵੀ ਬਹੁਤ ਸਾਰੇ ਇਸ ਗੱਲ ਦੇ ਗਵਾਹ ਹੋਣਗੇ। ਫਿਰ ਉਹਨਾਂ ਨੂੰ ਮੈਂ ਦੱਸ ਦਿੰਦਾ ਕਿ ਹੁਣ ਇਹ ਸ਼ਾਰਟ ਫਿਲਮ ਤੁਸੀਂ ਆਪ ਹਿਸਾਬ ਲਾ ਲਓ ਵੀ ਇਹ ਅੱਧੇ ਘੰਟੇ ਦੀ ਆ ਤੇ 2 ਘੰਟੇ ਦੀ ਫਿਲਮ ਵੀ ਐਂ ਲਿਖੀ ਜਾਊਗੀ। ਤੇ ਉਦੋਂ ਹੀ ਮੇਰੇ ਦਿਮਾਗ ਦੇ ਵਿੱਚ ਨਾਲ ਦੀ ਨਾਲ ਆਉਂਦਾ ਸੀ ਕਿ ਜੋਰਾ ਮੈਂ ਜ਼ਰੂਰ ਛਾਪੂੰਗਾ, ਕਿਉਂਕਿ ਪੰਜਾਬੀ 'ਚ ਪਹਿਲੀ ਵਾਰੀ ਇਹ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਕਰਕੇ ਜਦੋਂ ਜੋਰਾ ਬਣ ਗਈ, ਉਹਦਾ ਇੱਕ ਪਛਾਣ ਬਣ ਗਈ, ਤਾਂ ਇੱਕ ਗੱਲ ਹੋਰ ਵੀ ਤੁਸੀਂ ਵੀ ਨੋਟ ਕੀਤੀ ਹੋਊ ਕਿ ਜੋਰਾ ਦੇ ਡਾਇਲੌਗ ਔਰ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਉਹ ਲੋਕਾਂ ਦੇ ਮੂੰਹ ਤੇ ਚੜ੍ਹ ਗਈਆਂ। ਤਾਂ ਉਹਦੇ ਨਾਲ ਇਹ ਲੱਗਦਾ ਪਤਾ ਕਿ ਇਹਦਾ ਕੋਈ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਸਾਹਿਤਕ ਮਹੱਤਵ ਵੀ ਆ। ਜਿਵੇਂ ਆਪਾਂ ਨਾਵਲਾਂ ਦੇ ਸੀਨ ਜਾਂ ਨਾਵਲਾਂ ਦੇ ਡਾਇਲੌਗ ਆਪਾਂ ਨੂੰ ਯਾਦ, ਜਿਵੇਂ ਹੁਣ ਅਸੀਂ ਮੜੀ ਦਾ ਦੀਵਾ ਪੜ੍ਹਿਆ ਸੀ ਤਾਂ ਸਾਨੂੰ ਅੱਜ ਤੱਕ ਵੀ ਮੜੀ ਦਾ ਦੀਵਾ ਦੇ ਡਾਇਲੌਗ ਯਾਦ ਨੇ, ਹਨਾ। ਬੇਸ਼ੱਕ ਉਹਦੇ ਤੇ ਫਿਲਮ ਬਾਅਦ ਚ ਬਣੀ, ਉਹ ਅੱਡ ਗੱਲ ਆ। ਉਵੇਂ ਮੈਨੂੰ ਲੱਗਦਾ ਹੁੰਦਾ ਸੀ ਕਿ ਜਿਵੇਂ ਜੋਰਾ ਦੇ ਡਾਇਲੌਗ ਆ ਕਿ ਸ਼ਹਿਰ ਦੀ ਹਵਾ ਕੀ ਕਹਿੰਦੀ ਆ ਬਾਈ, ਜਾਂ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਆ ਤੇ ਉੱਡਣ ਵਾਲੇ ਨੂੰ ਅਸਮਾਨ। ਇਹ ਸਾਰੀਆਂ ਗੱਲਾਂ ਮੈਨੂੰ ਲੱਗਦਾ ਸੀ ਕਿ ਲੋਕਾਂ ਨੂੰ ਪੜ੍ਹਨ 'ਚ ਵੀ ਸਵਾਦ ਆਊਗਾ। ਪਰ ਮੁੱਖ ਰੂਪ ਦੇ ਵਿੱਚ ਮੇਰਾ ਜਿਹੜਾ ਕੇਂਦਰ ਸੀ ਉਹ ਬੱਚੇ ਸੀ, ਨੌਜਵਾਨ ਜਿਹੜੇ ਫਿਲਮ ਲਿਖਣੀ ਸਿੱਖਣਾ ਚਾਹੁੰਦੇ ਆ, ਕਿ ਉਹਨਾਂ ਨੂੰ ਇੱਕ ਮੈਂ ਦੱਸ ਸਕਾਂ ਕਿ ਫਿਲਮ ਐਂ ਲਿਖੀ ਦੀ ਆ। ਤਾਂ ਇਹ ਕਿਤਾਬ ਦਾ ਖਿਆਲ ਆਇਆ। ਜਦੋਂ ਅਸੀਂ ਕਿਤਾਬ ਜਾਂ ਸਾਹਿਤ ਦੀ ਕੋਈ ਗੱਲ ਕਰਦੇ ਆ, ਉਦੋਂ ਇੱਕ ਵਿਚਾਰਧਾਰਾ ਤੇ ਛਾਪ ਉਤੇ ਹੁੰਦੀ ਹੈ, ਭਾਵੇਂ ਪੂਰਨ ਤੌਰ ਤੇ ਇਹਦੀ ਇੰਗੀ ਨਹੀਂ ਹੁੰਦੀ, ਵਿਚਾਰਧਾਰਾ ਦੀ ਇੱਕ ਛਾਪ ਹੁੰਦੀ ਹੈ। ਜੀ ਜੀ। ਤੁਸੀਂ ਮੰਨਦੇ ਹੋ ਵੀ ਫਿਲਮਾਂ 'ਚ ਜਾਂ ਜੋਰਾ ਫਿਲਮ ਹੈ ਜਿਵੇਂ ਜਾਂ ਹੋਰ ਫਿਲਮਾਂ ਆ ਰਹੀਆਂ ਨੇ, ਉਹਨਾਂ 'ਚ ਕੋਈ ਵਿਚਾਰਧਾਰਕ ਪੱਖ ਹੈਗੇ ਨੇ? ਮੇਰੀ ਫਿਲਮ ਬਾਰੇ ਮੈਂ ਤਾਂ ਦੱਸ ਸਕਦਾ, ਮੇਰੀ ਫਿਲਮ ਦੇ ਵਿੱਚ ਵਿਚਾਰਧਾਰਕ ਪੱਖ ਹੈਗੇ ਆ, ਕਿਉਂਕਿ ਮੇਰੀ ਜੋ ਵਿਚਾਰਧਾਰਾ ਹੈ ਉਹ ਮੇਰੀ ਫਿਲਮ ਦੇ ਵਿੱਚ ਦਿਖਣੀ ਚਾਹੀਦੀ ਹੈ। ਜੇ ਮੇਰੀ ਹੋਈ ਕੋਈ ਵਿਚਾਰਧਾਰਾ ਨਹੀਂ ਤਾਂ ਉਹ ਮੇਰੇ ਫਿਲਮ 'ਚ ਨਹੀਂ ਦਿਖੂਗੀ, ਜੋ ਕਿ ਮੇਰੇ ਜੀਵਨ 'ਚ ਹੀ ਨਹੀਂ ਦਿਖਦੀ।
ਅਗਰ ਕੋਈ ਮੇਰੀ ਵਿਚਾਰਧਾਰਾ ਹੈ ਉਹ ਮੇਰੀਆਂ ਗੱਲਾਂ 'ਚ ਦਿਖਦੀ ਆ ਜਾਂ ਮੇਰੇ ਲਾਈਫ ਸਟਾਈਲ ਦੇ ਵਿੱਚ ਦਿਖਦੀ ਆ ਤਾਂ ਉਹ ਮੇਰੀ ਫਿਲਮ 'ਚ ਵੀ ਦੇਖਣੀ ਚਾਹੀਦੀ ਆ। ਇਸ ਕਰਕੇ ਜਦੋਂ ਜੋਰਾ ਕਰੈਕਟਰ ਦੀ ਆਪਾਂ ਗੱਲ ਕਰਦੇ ਆ ਜਾਂ ਜੋਰਾ ਜਿਹੜੀਆਂ ਗੱਲਾਂ ਕਰਦਾ ਜਾਂ ਉਹਦੇ 'ਚ ਹੋਰ ਬਹੁਤ ਸਾਰੇ ਜਿੱਦਾਂ ਡਾਇਲੌਗ ਆ, ਧਰਮਿੰਦਰ ਦਾ ਡਾਇਲੌਗ ਆ ਕਿ ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ, ਜਾਂ ਧਰਮਿੰਦਰ ਦਾ ਡਾਇਲੌਗ ਆ ਇੱਕ ਤਾਂ ਕਿ ਤੁਸੀਂ ਪਹਿਲਾਂ ਇਹ ਗੱਲ ਦਾ ਫੈਸਲਾ ਕਰੋ ਕਿ ਤੁਹਾਡੀ ਲੜਾਈ ਹੈ ਕਿਹਦੇ ਖਿਲਾਫ। ਉਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਵਿਚਾਰਧਾਰਾ ਹੀ ਆ, ਜਿਹੜੀ ਮਤਲਬ ਜਿਹੜੀ ਨੂੰ ਮੈਂ ਵੱਖ-ਵੱਖ ਕਰੈਕਟਰਾਂ ਦੇ ਡਾਇਲੌਗਾਂ ਦੇ ਰਾਹੀਂ ਆਪਦੀ ਹੀ ਵਿਚਾਰਧਾਰਾ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ। ਤਾਂ ਜਿਹੜਾ ਪੰਜਾਬੀ ਫਿਲਮਾਂ ਨੂੰ ਤੁਸੀਂ ਕਿੱਥੇ ਸਮਝਦੇ ਹੋ ਵੀ ਇੱਕ ਸਾਹਿਤਕ ਜਾਂ ਵਿਚਾਰਧਾਰਕ ਸੇਧ, ਕਿਉਂਕਿ ਪੰਜਾਬ ਦੀ ਵਿਚਾਰਧਾਰਾ ਜਿਹੜੀ ਮੁਲਕ ਨਾਲੋਂ ਅਲੱਗ ਹੈ ਜੀ, ਤੇ ਪੰਜਾਬੀ ਫਿਲਮਾਂ 'ਚ ਉਹਨੂੰ ਪੇਸ਼ ਨਹੀਂ ਕਰ ਸਕੇ ਪੰਜਾਬੀ ਨਿਰਦੇਸ਼ਕ ਨੇ ਜਾਂ ਫਿਲਮਾਂ ਬਣਾਉਣ ਵਾਲੇ ਜਿਹੜੇ ਪਾਸੇ ਵੀ ਆ ਰਿਹਾ, ਜ਼ਿਆਦਾਤਰ ਹੋ ਨਹੀਂ ਰਿਹਾ ਕੰਮ ਉਹ। ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਹੋਊਗਾ ਜਾਂ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ? ਨਹੀਂ, ਇਹਦੇ ਲਈ ਐ ਨਹੀਂ ਇਹਨੂੰ ਦੇਖਿਆ ਜਾਣਾ ਚਾਹੀਦਾ। ਇਹਦੇ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਫਿਲਮ ਤੁਸੀਂ ਇਸ ਗੱਲ ਲਈ ਕਲੀਅਰ ਹੋਣੇ ਚਾਹੀਦੇ ਹੋ ਕਿ ਫਿਲਮ ਤੁਸੀਂ ਬਣਾ ਕਿਹਦੇ ਲਈ ਰਹੇ ਹੋ, ਫਿਲਮ ਤੁਸੀਂ ਕਿਉਂ ਬਣਾ ਰਹੇ ਹੋ। ਜੇ ਤੁਸੀਂ ਫਿਲਮ ਸਿਰਫ ਪੈਸੇ ਕਮਾਉਣ ਲਈ ਬਣਾ ਰਹੇ ਹੋ, ਜੇ ਤੁਸੀਂ ਫਿਲਮ ਸਿਰਫ ਐਂਟਰਟੇਨਮੈਂਟ ਲਈ ਬਣਾ ਰਹੇ ਹੋ, ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਵਿਚਾਰਧਾਰਕ ਪੱਖ ਤੇ ਕੋਈ ਵੱਡੀ ਗੱਲ ਨਹੀਂ ਕਰ ਪਾਓਗੇ, ਕਿਉਂਕਿ ਤੁਹਾਡਾ ਮਕਸਦ ਆ ਜਿਹੜਾ ਉਹ ਸਿਰਫ ਐਂਟਰਟੇਨ ਕਰਨਾ ਔਰ ਤੁਹਾਡਾ ਮਕਸਦ ਆ ਜਿਹੜਾ ਉਹ ਸਿਰਫ ਪੈਸੇ ਕਮਾਉਣਾ ਹੈ। ਪਰ ਜਦੋਂ ਤੁਸੀਂ ਸਿਨੇਮਾ ਦੀ ਗੱਲ ਕਰਦੇ ਹੋ, ਜਦੋਂ ਆਪਾਂ ਕਹਿੰਦੇ ਆ ਸਿਨੇਮਾ ਮੀਨਸ ਇੱਕ ਪੂਰੀ ਉਹ ਵਿਧਾ, ਜਿਵੇਂ ਸਾਹਿਤ ਇੱਕ ਵਿਧਾ, ਜਿਵੇਂ ਸੰਗੀਤ ਇੱਕ ਵਿਧਾ, ਉਵੇਂ ਇੱਕ ਸਿਨੇਮਾ ਵਿਧਾ, ਜਿਹਦੇ 'ਚ ਨਾਟਕ ਵੀ ਆ, ਜਿਹਦੇ 'ਚ ਸੰਗੀਤ ਵੀ ਆ, ਜਿਹਦੇ 'ਚ ਸਾਹਿਤ ਵੀ ਆ, ਜਿਹਦੇ 'ਚ ਹੋਰ ਵੀ ਬਹੁਤ ਸਾਰੀਆਂ ਕਲਾਵਾਂ ਨੇ। ਔਰ ਜਦੋਂ ਵੀ ਅਸੀਂ ਕਲਾ ਦੀ ਗੱਲ ਕਰਦੇ ਆ ਤਾਂ ਸਾਡੇ ਵਰਗੇ ਲੋਕ ਅਕਸਰ ਇਹ ਗੱਲ ਕਹਿੰਦੇ ਨੇ ਕਿ ਕਲਾ ਉਹੀ ਹੁੰਦੀ ਹੈ ਜਿਹੜੀ ਸਮਾਜ ਨੂੰ ਕੋਈ ਸੇਧ ਦੇਵੇ ਜਾਂ ਸਮਾਜ ਦੇ ਵਿੱਚ ਕੋਈ ਇਹੋ ਜਿਹਾ ਕੋਈ ਗੱਲ ਕਰ ਸਕੇ, ਕੋਈ ਵਿਚਾਰ ਛੇੜ ਸਕੇ, ਕੋਈ ਚਰਚਾ ਛੇੜ ਸਕੇ। ਜਦੋਂ ਤੁਸੀਂ ਇਹ ਗੱਲ ਨੂੰ ਮਿੱਥ ਕੇ ਫਿਲਮ ਬਣਾਓਗੇ ਜਾਂ ਤੁਹਾਡੇ ਮਨ 'ਚ ਇਹ ਗੱਲ ਆ, ਕਿਉਂਕਿ ਪਹਿਲੀ ਗੱਲ ਤਾਂ ਉਹੀ ਆ ਗਈ ਕਿ ਜੇ ਹੁਣ ਰਾਈਟਰ ਦੀ ਜਾਂ ਡਾਇਰੈਕਟਰ ਦੀ ਆਪਦੀ ਹੋਈ ਕੋਈ ਵਿਚਾਰਧਾਰਾ ਨਹੀਂ ਗੀ, ਜੇ ਪ੍ਰੋਡਿਊਸਰ ਦੀ ਕੋਈ ਆਪਦੀ ਵਿਚਾਰਧਾਰਾ ਨਹੀਂ, ਜੇ ਉਹ ਸਿਰਫ ਪੈਸੇ ਕਮਾਉਣਾ ਚਾਹੁੰਦਾ, ਗਾਣੇ ਸੁਣਾ ਕੇ ਜਾਂ ਚੁਟਕਲੇ ਸੁਣਾ ਕੇ ਫਿਲਮ ਨੂੰ ਹਿੱਟ ਕਰਨਾ ਚਾਹੁੰਦਾ, ਫਿਰ ਤਾਂ ਉਹਦੇ ਤੇ ਗੱਲ ਹੋ ਹੀ ਨਹੀਂ ਸਕਦੀ। ਅਗਰ ਉਹ ਕੋਈ ਗੱਲ ਕਰਨਾ ਚਾਹੁੰਦਾ ਗੰਭੀਰ ਰੂਪ ਦੇ ਵਿੱਚ, ਤਾਂ ਸਿਨੇਮਾ ਮੈਂ ਕਹਿਣਾ ਹੁੰਦਾ ਕਿ ਅਭਿਵਿਅਕਤੀ ਦਾ, ਗੱਲ ਕਹਿਣ ਦਾ ਬਹੁਤ ਸ਼ਕਤੀਸ਼ਾਲੀ ਮਾਧਿਅਮ। ਇਹਦੇ 'ਚ ਉਹ ਕੁਝ ਕਿਹਾ ਜਾ ਸਕਦਾ ਜਿਹੜਾ ਸਾਹਿਤ 'ਚ ਨਹੀਂ ਕਿਹਾ ਜਾ ਸਕਦਾ, ਜਿਹੜਾ ਰੰਗਮੰਚ ਨਾਟਕਾਂ 'ਚ ਨਹੀਂ ਕਿਹਾ ਜਾ ਸਕਦਾ। ਇਸ ਕਰਕੇ ਜੇ ਤੁਸੀਂ ਕਹਿਣਾ ਚਾਹੋਗੇ ਤਾਂ ਬਹੁਤ ਕੁਝ ਕਿਹਾ ਜਾ ਸਕਦਾ। ਕੁਝ ਸਾਡੇ ਜਿਹੜੇ ਭਰਾ ਨੇ ਉਹ ਇਹ ਗੱਲ ਕਹਿਣ ਦੀ ਕੋਸ਼ਿਸ਼ ਵੀ ਕਰਦੇ ਨੇ, ਜ਼ਿਆਦਾਤਰ ਹਾਲੇ ਤੱਕ ਨਹੀਂ ਕਰਦੇ। ਜਿੱਥੇ ਤੁਸੀਂ ਵਿਚਾਰਧਾਰਾ ਦੀ ਗੱਲ ਕਰਦੇ ਹੋ ਕਿ ਨਿੱਕੇ ਨਿੱਕੇ ਜਿਹੜੇ ਡਾਇਲੌਗ ਇਹੋ ਜਿਹੇ ਪਾਏ ਜਾਂਦੇ ਆ ਉਹ ਬੰਦੇ ਦੇ ਮਨ ਨੂੰ ਟੁੰਬਦੇ ਨੇ, ਉਹਨਾਂ ਨੂੰ ਲੱਗਦਾ ਵੀ ਇਹ ਗੱਲਾਂ ਸਾਨੂੰ ਪੁੱਛਣੀਆਂ ਚਾਹੀਦੀਆਂ ਜੀ। ਤਾਂ ਪਿੱਛੇ ਜੇ ਇੱਕ ਲੋਕਾਂ ਨੇ ਆਪਣੇ ਆਪ ਗੱਲ ਸਿਰਜ ਲਈ ਸੀ ਕਿ ਦੀਪ ਸਿੱਧੂ ਨਹੀਂ ਉਹਨਾਂ ਵਿਚਾਰਧਾਰਕ ਸੀ ਵੀ ਇੱਥੇ ਜਾਂ ਤਾਂ ਅਮਰਦੀਪ ਗਿੱਲ ਦੀ ਵਿਚਾਰਧਾਰਾ ਕੰਮ ਕਰਦੀ ਹੈ ਜਾਂ ਅਜਮੇਰ ਸਿੰਘ ਜਾਂ ਸੁਖਪ੍ਰੀਤ ਦੋਕੇ ਦਾ ਨਾਂ ਦੂਜੇ ਤੀਜੇ ਨੰਬਰ ਤੇ ਆ ਜਾਂਦਾ ਸੀ। ਤਾਂ ਉਹਦੇ 'ਚ ਤੁਹਾਨੂੰ ਕਿਵੇਂ ਲੱਗਦਾ ਹੈਗਾ ਵੀ ਕੀ ਉਹ ਜਿਹੜੇ ਗੱਲ ਬਣੀ ਹੋਈ ਆ ਉਹਦੀ ਕੀ ਸੱਚਾਈ ਹੈ ਜਾਂ ਕਿਵੇਂ ਦੀਪ ਦੇ ਬਾਰੇ? ਨਹੀਂ, ਇਹ ਗੱਲ ਆ ਜਿਹੜੀ ਇਹ ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ ਗੀ ਕਿ ਜਿਸ ਨੂੰ ਆਪਾਂ ਦੀਪ ਦੇ ਆਖੀਏ ਕਿ ਦੀਪ ਦੇ ਖਿਲਾਫ ਚੱਲ ਜਾਂਦਾ, ਕਿਉਂਕਿ ਜਿਹੜਾ ਬੰਦਾ ਕੋਈ ਵੀ ਜਦੋਂ ਪੜ੍ਹਦਾ ਜਾਂ ਵੱਡਿਆਂ ਆਪਦੇ ਤੋਂ ਵੱਡਿਆਂ ਦੇ ਸੰਪਰਕ 'ਚ ਰਹਿੰਦਾ ਤਾਂ ਬਹੁਤ ਸਾਰੀਆਂ ਗੱਲਾਂ ਉਹ ਹੁੰਦੀਆਂ ਨੇ ਜਿਹੜੀਆਂ ਉਹਨਾਂ ਤੋਂ ਉਹ ਪ੍ਰਭਾਵਿਤ ਹੁੰਦਾ ਹੈ। ਜਿਸ ਤਰ੍ਹਾਂ ਮੈਂ ਆਪਦੇ ਬਾਪੂ ਜੀ ਤੋਂ ਵੀ ਪ੍ਰਭਾਵਿਤ ਸੀ, ਮੈਂ ਪ੍ਰੋਫੈਸਰ ਅਜਮੇਰ ਸਿੰਘ ਔਲਖ ਹੋਰਾਂ ਤੋਂ ਵੀ ਪ੍ਰਭਾਵਿਤ ਸੀ, ਮੈਂ ਰਾਮ ਸਰੂਪ ਅਣਖੀ ਹੋਰਾਂ ਦੇ ਸਾਹਿਤ ਤੋਂ ਵੀ ਪ੍ਰਭਾਵਿਤ ਸੀਗਾ, ਔਰ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਬੰਦੇ ਨੇ। ਮੈਂ ਸੋਹਣ ਸਿੰਘ ਸੀਤਲ ਹੋਰਾਂ ਤੋਂ ਵੀ ਪ੍ਰਭਾਵਿਤ ਸੀਗਾ ਹਨ। ਤੇ ਬਾਅਦ ਦੇ ਵਿੱਚ ਵਿਚਾਰਧਾਰਕ ਤੌਰ ਤੇ ਜਿਹੜਾ ਹੈਗਾ ਉਹ ਹੋਰ ਵੀ ਬਹੁਤ ਇਹੋ ਜਿਹੇ ਵਿਦਵਾਨ ਨੇ ਹਨ ਜਿਨ੍ਹਾਂ ਤੋਂ ਮੈਂ ਪ੍ਰਭਾਵਿਤ ਹਾਂ, ਜਿਨ੍ਹਾਂ ਦੇ ਵਿੱਚ ਬਾਈ ਅਜਮੇਰ ਸਿੰਘ ਵੀ ਇੱਕ ਨੇ ਹਨ, ਕਿਉਂਕਿ ਮੈਂ ਹਰ ਤਰ੍ਹਾਂ ਦੀ ਵਿਚਾਰਧਾਰਾ ਨੂੰ ਪੜ੍ਹਿਆ, ਉਹਨੂੰ ਸਮਝਿਆ। ਦੀਪ ਵੀ ਜਦੋਂ ਆਉਂਦਾ ਹੈਗਾ, ਇਹ ਗੱਲ ਵੱਖਰੀ ਹੈ ਕਿ ਅਸੀਂ ਉਮਰ ਦੇ ਵਿੱਚ ਵੱਡੇ ਸੀ, ਉਹਦੇ ਆਸੇ ਪਾਸੇ ਬਾਈ ਅਜਮੇਰ ਸਿੰਘ ਹੋਣ
ਜਾਂ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਹੋਣ ਜਾਂ ਮੈਂ ਹੋਵਾਂ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਉਹਨੂੰ ਕੋਈ ਅਸੀਂ ਲਾਈਨ ਦੇ ਰਹੇ ਸੀ। ਗੱਲ ਇਹ ਸੀ ਕਿ ਦੀਪ ਆਪਣੇ ਆਪ 'ਚ ਇੰਨਾ ਜ਼ਿਆਦਾ ਸਿਆਣਾ ਸੀ ਕਿ ਉਹਨੂੰ ਜਿਹੜੀ ਵੀ ਗੱਲ ਜਿੱਥੋਂ ਵੀ ਸਹੀ ਲੱਗਦੀ ਸੀ, ਜੋ ਉਹਨੇ ਗੱਲ ਕਹਿਣੀ ਸੀ ਉਸ ਵਿਚਾਰਧਾਰਾ ਨੂੰ ਪ੍ਰਗਟ ਕਰਨ ਲਈ, ਤਾਂ ਉਹ ਉਸ ਗੱਲ ਨੂੰ ਸਿੱਖਦਾ ਵੀ ਸੀ ਔਰ ਉਹਨੂੰ ਅੱਗੇ ਜਿਹੜਾ ਹੈਗਾ ਉਹ ਕਨਵੇ ਵੀ ਕਰਦਾ ਸੀ। ਪਰ ਤੁਸੀਂ ਇੱਕ ਗੱਲ ਸੁਣੀ ਹੋਣੀ ਆ ਬਾਈ ਅਜਮੇਰ ਸਿੰਘ ਹੋਰਾਂ ਦੀ ਇੰਟਰਵਿਊ ਦੇ ਵਿੱਚ ਵੀ, ਉਹਨਾਂ ਨੇ ਕਿਹਾ ਕਿ ਦੀਪ ਨੇ ਮੇਰੇ ਤੋਂ ਘੱਟ ਸਿੱਖਿਆ, ਮੈਂ ਦੀਪ ਤੋਂ ਜ਼ਿਆਦਾ ਸਿੱਖਿਆ। ਕਿਉਂਕਿ ਦੀਪ ਦੇ ਬਾਰੇ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਦੀਪ ਸਿਰਫ ਥਿਉਰੀ ਤੇ ਆਧਾਰਿਤ ਵਿਅਕਤੀ ਨਹੀਂ ਸੀ, ਕਿ ਇਹ ਨਹੀਂ ਸੀਗਾ ਕੋਈ ਪੜ੍ਹ ਲਈ ਗੱਲ। ਉਹ ਇਹ ਸੀ ਕਿ ਜਿੱਥੋਂ ਵੀ ਪੜ੍ਹਿਆ ਉਹਦਾ ਫਿਰ ਜਿਹਨੂੰ ਕਹਿੰਦੇ ਹੁੰਦੇ ਆ ਰਿੜਕਿਆ, ਜਿਵੇਂ ਆਪਾਂ ਦੁੱਧ ਨੂੰ ਰਿੜਕਦੇ ਆ, ਉਹਦੇ ਚੋਂ ਰਿੜਕ ਕੇ ਜਿਹੜੀਆਂ ਗੱਲਾਂ ਉਹਦੇ ਕੰਮ ਦੀਆਂ ਸੀ, ਜਿਹੜੀਆਂ ਗੱਲਾਂ ਉਹਨੂੰ ਠੀਕ ਲੱਗਦੀਆਂ ਸੀ, ਉਹਨਾਂ ਗੱਲਾਂ ਨੂੰ ਅਖਤਿਆਰ ਕੀਤਾ ਤੇ ਅੱਗੇ ਮੌਲਿਕ ਤਰੀਕੇ ਨਾਲ ਉਹ ਗੱਲ ਕਰਦਾ ਸੀ, ਹਨਾ। ਇਹ ਗੱਲ ਉਹਦੇ ਚ ਬਹੁਤ ਵੱਡਾ ਉਹਦਾ ਗੁਣ ਸੀਗਾ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਗਿਆਨ ਪ੍ਰਾਪਤ ਕਰ ਲੈਣਾ ਤਾਂ ਆਉਂਦਾ ਹੁੰਦਾ, ਪਰ ਉਹ ਅੱਗੇ ਦੱਸਣਾ ਨਹੀਂ ਆਉਂਦਾ ਹੁੰਦਾ। ਦੀਪ ਨੂੰ ਉਹ ਗੱਲ ਪਤਾ ਸੀ, ਹਨਾ। ਉਹ ਬਹੁਤ ਮੌਲਿਕ ਰੂਪ ਦੇ ਵਿੱਚ ਉਹ ਗੱਲ ਨੂੰ ਅੱਗੇ ਕਰਦਾ ਸੀਗਾ। ਉਸ ਗੱਲ ਦੇ ਵਿੱਚ ਉਹ ਕਰਦੇ ਹੋਏ ਚਾਹੇ ਕਿਸੇ ਨੈਸ਼ਨਲ ਪੱਧਰ ਦੇ ਰਾਈਟਰ ਤੋਂ ਪ੍ਰਭਾਵਿਤ ਹੈ, ਚਾਹੇ ਕਿਸੇ ਇੰਟਰਨੈਸ਼ਨਲ ਫਿਲਾਸਫਰ ਤੋਂ ਪ੍ਰਭਾਵਿਤ ਹੈ, ਚਾਹੇ ਉਹ ਕਿਸੇ ਪੰਜਾਬੀ ਉਹਦੇ ਤੋਂ ਪ੍ਰਭਾਵਿਤ ਆ, ਇਹਦੇ 'ਚ ਕੋਈ ਮਾੜੀ ਗੱਲ ਨਹੀਂ ਗੀ। ਇੱਥੋਂ ਇੱਕ ਗੱਲ ਤਾਂ ਪਤਾ ਲੱਗਦੀ ਹੈ ਨਾ ਕਿ ਉਹ ਗਿਆਨ ਪ੍ਰਾਪਤ ਕਰਨ ਦੀ ਲਾਲਸਾ ਕਿੰਨੀ ਉਹਦੇ 'ਚ ਸਟਰੋਂਗ ਸੀਗੀ, ਔਰ ਉਸ ਨੂੰ ਉਹ ਸਿਰਫ ਥਿਉਰੀ ਦੇ ਪੱਧਰ ਤੇ ਨਹੀਂ ਕੀਤਾ, ਉਹਨੇ ਪ੍ਰੈਕਟੀਕਲ ਕਰਕੇ ਦਿਖਾਇਆ। ਬਹੁਤ ਸਾਰੀਆਂ ਗੱਲਾਂ ਵਿਦਵਾਨ ਇਹੋ ਜਿਹੀਆਂ ਲਿਖ ਜਾਂਦੇ ਨੇ, ਜਾਂ ਜਿਵੇਂ ਮੈਂ ਹੀ ਆ, ਮੈਂ ਬਹੁਤ ਸਾਰਾ ਕੁਝ ਇਹੋ ਜਿਹਾ ਲਿਖਿਆ ਹੋ ਸਕਦਾ, ਜਾਂ ਮੈਂ ਕਵਿਤਾ ਬਹੁਤ ਜਿਹੜੀ ਆ ਮੇਰੀ ਉਹ ਬਾਗੀ ਹੁੰਦੀ ਆ, ਉਹਦੇ 'ਚ ਇਹੋ ਜਿਹੀਆਂ ਗੱਲਾਂ ਮੈਂ ਲਿਖੀਆਂ ਹੋ ਸਕਦੀਆਂ ਨੇ ਕਿ ਸਾਨੂੰ ਲੜਨਾ ਚਾਹੀਦਾ। ਪਰ ਗੱਲ ਇਹ ਹੈ ਕਿ ਮੈਂ ਸਰੀਰਕ ਰੂਪ ਦੇ ਵਿੱਚ ਫੀਲਡ ਦੇ ਵਿੱਚ ਉਤਰ ਕੇ ਕਿੰਨਾ ਕੁ ਲੜ ਸਕਦਾ। ਦੀਪ ਸਾਡੇ ਤੋਂ ਅੱਗੇ ਦੀ ਗੱਲ ਕਰਦਾ। ਦੀਪ ਫੀਲਡ ਦੇ ਵਿੱਚ, ਖੇਤਰ ਦੇ ਵਿੱਚ ਉਹ ਪ੍ਰੈਕਟੀਕਲੀ ਉਤਰ ਕੇ ਲੜਦਾ, ਔਰ ਉਹ ਦੱਸਦਾ ਕਿ ਜਿਹੜੀ ਵਿਚਾਰ ਹੁੰਦਾ ਉਹਨੂੰ ਕਿਵੇਂ ਲਾਗੂ ਕਰੀਦਾ ਹੁੰਦਾ, ਔਰ ਉਹਨੂੰ ਪ੍ਰੈਕਟੀਕਲੀ ਦਿਖਾਈਦਾ ਕਿਵੇਂ ਹੁੰਦਾ, ਔਰ ਉਹ ਦਿਖਾ ਕੇ ਗਿਆ। ਜਿਵੇਂ ਤੁਸੀਂ ਦੀਪ ਦੀ ਗੱਲ, ਫੀਲਡ ਦੇ ਵਿੱਚ ਦੀਪ ਦੀ ਗੱਲ ਕਰਦੇ ਹੋ ਜੀ, ਇਦੋਂ ਪਹਿਲਾਂ ਹੋ ਸਕਦਾ ਕੋਈ ਹੋਵੇ, ਪਰ ਜਿਹੜੇ ਫਿਲਮੀ ਲੈਣ ਦੇ ਬੰਦੇ ਨੇ ਉਹਨਾਂ ਨੂੰ ਨਾ ਤਾਂ ਕਿਸੇ ਮਤਲਬ ਇਹੀ ਜੀ ਉਹਨਾਂ ਨੇ ਗੱਲ ਨਹੀਂ ਕਰੀ ਵੀ ਇੱਕ ਵਿਦਵਾਨ ਬੰਦੇ ਨੂੰ ਵੀ ਤੇ ਇੱਕ ਅਨਪੜ੍ਹ ਬੰਦੇ ਨੂੰ ਵੀ ਉਹ ਬਰਾਬਰ ਟੁੰਬੇ। ਉਹਨੂੰ ਉਹ ਕਰੰਟ ਛੇੜਦਾ ਸੀ, ਦੀਪ ਦੀ ਤੋਂ ਗੱਲ ਕਰਦਾ ਸੀ। ਤਾਂ ਦੀਪ ਦੀ ਜਿਹੜੀ ਜਵਾਬਦੇਹੀ ਸੀ ਉਹ ਵੀ ਬਾਕਮਾਲ ਸੀ। ਜੇ ਉਹਦੇ ਬਰਾਬਰ ਬਹਿ ਕੇ ਸਵਾਲ ਪੁੱਛਣ ਨਾਲੋਂ ਲੋਕ ਕਹਿੰਦੇ ਸੀ ਵੀ ਇਹਨੂੰ ਪਾਸੇ ਕਰ ਦਿਓ, ਇਹਨੂੰ ਬੋਲਣ ਹੀ ਨਾ ਦਿਓ। ਤਾਂ ਇਹ ਤੁਹਾਨੂੰ ਕਿਵੇਂ, ਤੁਸੀਂ ਜ਼ਿਆਦਾ ਸਮਾਂ ਉਹਦੇ ਨਾਲ ਗੁਜ਼ਾਰਿਆ, ਤਾਂ ਉਹਨਾਂ ਨੂੰ ਕਿੱਥੋਂ ਇਹ ਗੱਲਾਂ ਉਹਦੇ 'ਚ ਤੁਹਾਨੂੰ ਲੱਗਦਾ ਵੀ ਆ ਗਈਆਂ? ਨਹੀਂ, ਉਹ ਮੈਂ ਉਹੀ ਗੱਲ ਪਹਿਲਾਂ ਵੀ ਬਹੁਤ ਵਾਰੀ ਗੱਲ ਕੀਤੀ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਬੰਦਾ, ਉਹਦਾ ਬਚਪਨ ਜਿਵੇਂ ਬੀਤਿਆ, ਮਾਂ ਹੈ ਨਹੀਂ ਸੀ, ਉਹ ਰਿਸ਼ਤੇਦਾਰਾਂ ਕੋਲੇ ਪਲਿਆ, ਫਿਰ ਉਹਨੇ ਪੜ੍ਹਾਈ ਕੀਤੀ ਪੰਜਾਬ ਤੋਂ ਦੂਰ ਰਹਿ ਕੇ, ਉਹਨੂੰ ਕੱਲਾ ਰਹਿਣ ਦੀ ਤੇ ਕੱਲਾ ਰਹਿ ਕੇ ਵਿਕਾਸ ਕਰਨ ਦੀ ਆਦਤ ਪੈ ਚੁੱਕੀ ਸੀ। ਕਿ ਮੈਨੂੰ ਉਹ ਕਹਿੰਦਾ ਹੁੰਦਾ ਸੀ, ਇੱਕ ਵਾਰੀ ਬੰਬੇ ਮੈਂ ਕੋਈ ਗੱਲ ਕਰ ਰਿਹਾ ਸੀ ਤਾਂ ਮੈਨੂੰ ਕਹਿੰਦਾ ਸੀ, ਸਰ ਮੈਂ ਜਦੋਂ ਬੰਬੇ ਆਇਆ ਤਾਂ ਮੇਰੇ ਬੈਗ ਪਾਇਆ ਹੋਇਆ ਸੀਗਾ, ਆਪਾਂ ਸਾਰੀ ਕਮਾਈ ਆ ਜਿਹੜੀ ਉਹ ਬੰਬੇ 'ਚ ਹੀ ਕੀਤੀ ਹੈ, ਇੱਥੋਂ ਹੀ ਕੀਤੀ ਆ, ਘਰੋਂ ਨਹੀਂ ਆਪਾਂ ਕੁਝ ਲੈ ਕੇ ਆਏ। ਇਹਦਾ ਮਤਲਬ ਇਹ ਆ ਕਿ ਉਹ ਸੈਲਫ ਮੇਡ ਬੰਦਾ ਸੀ, ਹਨਾ, ਕਿ ਉਹਨੇ ਕੁਝ ਵੀ ਕੀਤਾ ਤਾਂ ਆਪਦੀ ਹਿੱਕ ਦੇ ਜ਼ੋਰ ਤੇ ਕੀਤਾ। ਹੁਣ ਦੂਸਰੀ ਗੱਲ, ਫਿਰ ਉਹਦਾ ਜਿਹੜਾ ਕੰਮ ਸੀ ਉਹ ਵਕਾਲਤ ਸੀ, ਲੋਕਾਂ ਨਾਲ ਸਿੰਘ ਫਸਾਉਣੇ, ਵਕੀਲਾਂ ਨਾਲ, ਦੂਜਿਆਂ ਨਾਲ, ਔਰ ਉੱਥੇ ਵਿਚਾਰਧਾਰਕ ਤੌਰ ਤੇ ਤੁਹਾਡਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੁੰਦਾ। ਵਕੀਲ, ਆਪਾਂ ਕੋਈ ਵੀ ਜਿੱਦੀ ਜਾਂਦਾ ਹੋਵੇ ਆਪਾਂ ਕਹਿੰਦੇ ਯਾਰ ਇਹ ਤਾਂ ਵਕੀਲਾਂ ਨੂੰ ਜਿੱਦ ਆ, ਉਹ ਸੀ ਹੀ ਵਕੀਲ, ਹਨਾ। ਇਸ ਕਰਕੇ ਉਹ ਬਹਿਸ ਦਾ ਜਿਹੜਾ ਪੱਖ ਸੀ ਉਹਦੇ 'ਚ ਉਹ ਬਹੁਤ ਸਟਰੋਂਗ ਸੀਗਾ। ਔਰ ਦੂਸਰੇ ਪਾਸੇ ਉਹਨੂੰ ਇਸ ਗੱਲ ਦੀ ਵੀ ਸਮਝ ਸੀ, ਤੁਸੀਂ ਇਹ ਵੀ ਦੇਖਿਆ ਹੋਣਾ, ਉਹ ਕਹਿੰਦਾ ਹੁੰਦਾ ਸੀ ਕਿ ਜਿਹੜਾ ਮੈਦਾਨ 'ਚ ਜਿਹੜੇ ਲੋਕ ਤਕੜੇ ਨੇ ਉਹੀ ਟੇਬਲ ਟਾਕ ਤੇ ਵੀ ਤਕੜੇ ਨੇ। ਮਤਲਬ ਜੇ ਤੁਸੀਂ ਫੀਲਡ ਦੇ ਵਿੱਚ ਤਕੜੇ ਹੋ ਜਦੋਂ, ਤਾਂ ਹੀ ਤੁਸੀਂ ਵਿਚਾਰਧਾਰਕ ਤੌਰ ਤੇ ਜੇ ਤੁਸੀਂ ਆਮਣੋ ਸਾਹਮਣੇ ਬਹਿ ਕੇ ਕੋਈ ਗੱਲ ਕਰੋਗੇ ਉੱਥੇ ਵੀ ਤਕੜੇ ਹੋ। ਇਹਦੇ ਲਈ ਉਹਦੀ ਇੱਕ ਪੂਰੀ ਤਿਆਰੀ ਸੀ, ਔਰ ਉਹ ਤਿਆਰੀ ਇੰਨੀ ਤੇਜ਼ ਸੀ ਕਿ ਉਹ ਜਿਹੜੀ ਗੱਲ ਮਿੱਥ ਲੈਂਦਾ ਸੀ, ਕਿਉਂਕਿ ਉਹ ਸੱਚਾ ਸੀ,
ਉਹ ਬਹੁਤ ਇਮਾਨਦਾਰ ਸੀ, ਬਹੁਤ ਦਲੇਰ ਸੀ। ਉਹਨੇ ਕੋਈ ਵੀ ਫਾਇਦਾ ਨਹੀਂ ਸੀ ਲੈਣਾ ਹੁੰਦਾ। ਜਿਹੜੇ ਲੋਕਾਂ ਨੇ ਕੋਈ ਫਾਇਦਾ ਨਹੀਂ ਨਾ ਲੈਣਾ ਹੁੰਦਾ, ਉਹ ਇਹ ਨਹੀਂ ਦੇਖਦੇ ਕਿ ਮੇਰੀ ਗੱਲ ਕਿਹਨੂੰ ਬੁਰੀ ਲੱਗੂ, ਕਿਹਨੂੰ ਚੰਗੀ ਲੱਗੂ, ਕਿਹੜਾ ਰੁੱਸੂ, ਕਿਹੜਾ ਮੇਰੇ ਨਾਲ ਖੜੂ। ਉਹ ਸੱਚ ਬੋਲਦੇ ਨੇ। ਸਾਡੇ ਲੀਡਰਾਂ ਨਾਲੋਂ ਦੀਪ ਦਾ ਫਰਕ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਸਾਡੇ ਲੀਡਰਾਂ ਨੇ ਕਦੇ ਇਹ ਸੋਚ ਰੱਖਿਆ ਹੁੰਦਾ ਕਿ ਯਾਰ ਵੋਟਾਂ 'ਚ ਖੜੇ ਹੋਵਾਂਗੇ, ਕਦੇ ਕੋਈ ਹੋਰ ਫਾਇਦਾ ਲੈਣਾ ਹੁੰਦਾ। ਜਿਸ ਬੰਦੇ ਨੇ ਕੋਈ ਹਿੱਤ ਹੀ ਨਹੀਂ, ਜਿਹਨੇ ਕੋਈ ਆਪਦੇ ਲਈ, ਆਪਦੇ ਵਿਅਕਤੀਗਤ ਫਾਇਦੇ ਲਈ ਕੁਝ ਵੀ ਨਹੀਂ ਕਰਨਾ, ਤਾਂ ਉਹਨੇ ਇਹ ਕਹਿਣਾ ਕਿ ਯਾਰ ਮੇਰਾ ਤੁਸੀਂ ਕੀ ਕਰ ਲਓਗੇ, ਮੈਂ ਆਪਦਾ ਤਾਂ ਕੁਝ ਲੈਣਾ ਹੀ ਨਹੀਂ ਫਾਇਦਾ, ਮੈਂ ਤਾਂ ਪੰਜਾਬ ਲਈ, ਕੌਮ ਲਈ ਲੜ ਰਿਹਾ। ਇਸ ਕਰਕੇ ਜਿਹੜੀ ਗੱਲ ਮੈਨੂੰ ਸਹੀ ਲੱਗਦੀ ਉਹ ਮੈਂ ਕਹੂੰਗਾ। ਮੇਰਾ ਨੁਕਸਾਨ ਤੁਸੀਂ ਕੀ ਕਰ ਲਓਗੇ, ਮੈਨੂੰ ਕਿਹੜਾ ਤੁਸੀਂ ਵੋਟਾਂ ਨਹੀਂ ਪਾਓਗੇ, ਹਨਾ। ਇਸ ਕਰਕੇ ਉਹ ਕਲੀਅਰ ਸੀ। ਇਸ ਕਰਕੇ ਹੀ ਉਹਦਾ ਸ਼ਖਸੀਅਤ ਹੈ ਜਿਹੜੀ ਉਹ ਅਸੀਂ ਦੇਖਦੇ ਹਾਂ ਕਿ ਉਹ ਫੀਲਡ ਦੇ ਵਿੱਚ ਵੀ ਬਹੁਤ ਸਟਰੋਂਗ ਆ। ਉਹ ਦਿੱਲੀ ਧਰਨੇ 'ਚ ਵੀ ਦੇਖ ਲਓ, ਚਾਹੇ ਰਾਤ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਜਾਂਦੇ ਆ ਉੱਦੇ ਵੀ ਦੇਖ ਲਓ, ਤੇ ਜਦੋਂ ਉਹ ਕਿਸੇ ਇੰਟਰਵਿਊ 'ਚ ਗੱਲ ਕਰਦਾ ਜਾਂ ਕਿਸੇ ਸੈਮੀਨਾਰ ਦੇ ਵਿੱਚ ਬੋਲਦਾ ਜਾਂ ਕਿਸੇ ਗੁਰੂ ਘਰ ਦੇ ਵਿੱਚ ਸਪੀਚ ਦਿੰਦਾ, ਤਾਂ ਉੱਥੇ ਵੀ ਉਹ ਬਹੁਤ ਸਿਆਣੀਆਂ ਔਰ ਬਹੁਤ ਠੋਸ ਗੱਲਾਂ ਕਰਦਾ। ਤਾਂ ਦੀਪ ਸਿੱਧੂ ਨੇ ਜਿਵੇਂ ਇੱਕ ਮਾਹੌਲ ਬਣਾਇਆ ਪੰਜਾਬ ਦਾ ਕਿ ਬੜਾ ਛੇਤੀ ਲੋਕਾਂ ਦੇ ਮਨਾਂ 'ਚ ਘਰ ਕਰ ਗਿਆ। ਤੇ ਜਿਵੇਂ ਤੁਸੀਂ ਮੰਨ ਲਓ ਵੀ ਇੱਕ ਪਾਸੇ ਕਿਸਾਨ ਮੋਰਚੇ ਦੇ ਸਾਰੇ ਲੀਡਰ ਹੋ ਗਏ, ਇੱਕ ਪਾਸੇ ਦੀਪ ਇਕੱਲਾ ਹੋ ਗਿਆ, ਤਾਂ ਉਹ ਚੀਜ਼ ਨੂੰ ਲੋਕਾਂ ਨੇ ਬੜਾ ਪ੍ਰਭਾਵਿਤ ਕੀਤਾ, ਲੋਕਾਂ ਨੂੰ ਬੜਾ ਪ੍ਰਭਾਵਿਤ ਕੀਤਾ। ਲੋਕ ਇਹ ਸੋਚਣ ਲੱਗੇ ਵੀ ਹਾਂ ਕੋਈ ਗੱਲ ਹੈਗੀ ਹੈ ਜਿਹੜੀ ਸਪੈਸ਼ਲ ਹੈ। ਤਾਂ ਦੀਪ ਦੇ ਜਾਣ ਤੋਂ ਬਾਅਦ ਲੋਕਾਂ ਨੂੰ ਕਿੰਨਾ ਅਫਸੋਸ ਹੋਇਆ, ਸਾਰੇ ਪੰਜਾਬ ਨੂੰ ਪਤਾ ਵੀ ਕਿਵੇਂ। ਤਾਂ ਤੁਹਾਨੂੰ ਲੱਗਦਾ ਹੈਗਾ ਵੀ ਸਿਨੇਮੇ ਵਾਲੀ ਲਾਈਨ 'ਚ ਕੋਈ ਹੋਰ ਇਹੋ ਜਿਹਾ ਮੁੰਡਾ ਜਾਂ ਕੋਈ ਇਹੋ ਜਿਹਾ ਲੀਡਰ ਨਿੱਤਰ ਕੇ ਆ ਸਕਦਾ ਜਿਹੜਾ ਇੰਨੀ ਬੇਬਾਕੀ ਨਾਲ ਗੱਲ ਨਹੀਂ, ਸਿਨੇਮੇ ਦਾ ਤਾਂ ਇਸ ਗੱਲ ਨਾਲ ਕੋਈ ਤਾਲੁਕ ਹੀ ਨਹੀਂਗਾ। ਸਿਨੇਮਾ ਤਾਂ ਮੈਂ ਉਹੀ ਤੁਹਾਨੂੰ ਮੇਰੇ ਕਹਿਣ ਦਾ ਮਤਲਬ ਕੋਈ ਜਿਹੜਾ ਪਹਿਲਾਂ ਤੋਂ ਲੋਕਾਂ 'ਚ ਨਹੀਂ ਬਿਲਕੁਲ ਨਹੀਂ। ਸੈਲੀਬ੍ਰਿਟੀ ਹੈ ਜਿਹੜੇ ਉਹ ਬਹੁਤ ਡਰਪੋਕ ਬੰਦੇ ਹੁੰਦੇ ਆ। ਉਹਨਾਂ ਨੇ ਆਪਦਾ ਬਿਜ਼ਨਸ, ਆਪਦੇ ਅਕਾਊਂਟ ਆ ਜਿਹੜੇ ਬੈਂਕ ਅਕਾਊਂਟ ਉਹ ਭਰਨੇ ਹੁੰਦੇ ਆ। ਉਹਨਾਂ ਨੇ ਆਪਦੇ ਜਵਾਕ ਪਾਲਣੇ ਹੁੰਦੇ ਆ, ਕੈਨੇਡਾ 'ਚ ਸੈੱਟ ਕਰਨੇ ਹੁੰਦੇ ਆ ਜਵਾਕ, ਹੋਰ ਬਹੁਤ ਕੁਝ ਕਰਨਾ ਹੁੰਦਾ। ਉਹਨਾਂ ਦੇ ਲਈ ਤਾਂ ਇਹ ਗੱਲ ਹੈ ਹੀ ਨਹੀਂ। ਗੱਲ ਉਹੀ ਫੇਰ ਆ ਜਾਣਾ, ਇਹਨੂੰ ਮਾੜਾ ਜਿਹਾ ਵੀ ਬਰੀਕੀ ਨਾਲ ਆਪਾਂ ਸਮਝੀਏ ਕਿ ਇੱਕ ਬੰਦਾ, ਜਦੋਂ ਤੁਹਾਨੂੰ ਉਦਾਹਰਨ ਦਿੰਦਾ ਮੈਂ, ਜਦੋਂ ਮੈਂ ਦੀਪ ਨੂੰ ਜੋਰਾ ਸੁਣਾਈ, ਪਹਿਲਾਂ ਤਾਂ ਮੈਂ ਦੀਪ ਨੂੰ ਲੱਭਿਆ ਹੀ, ਤੁਸੀਂ ਦੇਖੋ ਕਿ ਦੀਪ ਨੂੰ ਮੈਂ ਕਿੰਨਾ ਸਹੀ ਲੱਭਿਆ ਜੋਰਾ ਖਾਤਰ, ਕਿਉਂਕਿ ਦੀਪ ਤੋਂ ਪਹਿਲਾਂ ਮੈਂ 4-5 ਵੱਡੇ ਨਾਮੀ ਐਕਟਰਾਂ ਨੂੰ ਜੋਰਾ ਸੁਣਾਈ ਸੀ ਔਰ ਉਹਨਾਂ ਨੂੰ ਉਹ ਪਸੰਦ ਵੀ ਸੀ, ਪਰ ਮੈਂ ਖੁਦ ਹੀ ਨਹੀਂ ਸੀ ਮੰਨਦਾ। ਸੁਣਾਇਆ ਹੁੰਦਾ ਸੀ, ਬਾਅਦ 'ਚ ਮੈਂ ਘਰੇ ਆ ਕੇ ਕਰਦਾ ਨਹੀਂ ਯਾਰ ਇਹ ਤੋਂ ਗੱਲ ਨਹੀਂ ਬਣਨੀ, ਜੋਰਾ ਅਸਲ 'ਚ ਹੋਰ ਕੋਈ ਬੰਦਾ ਚਾਹੀਦਾ। ਜਿੱਦੇ ਮੈਨੂੰ ਦੀਪ ਮਿਲਿਆ ਤੇ ਮੈਂ ਇੱਕਦਮ ਸੋਚ ਲਿਆ ਕਿ ਜੋਰਾ ਇਹ ਹੋਊਗਾ। ਜਦੋਂ ਦੀਪ ਨੂੰ ਮੈਂ ਜੋਰਾ ਸੁਣਾਉਣਾ ਤਾਂ ਦੀਪ ਨੂੰ ਮੈਂ ਇੱਕ ਗੱਲ ਕਹੀ ਕਿ ਯਾਰ ਇਹ ਜੋਰਾ ਦਾ ਜਿਹੜਾ ਕਰੈਕਟਰ ਆ ਨਾ ਬਹੁਤ ਔਖਾ, ਬਹੁਤ ਮਿਹਨਤ ਕਰਨੀ ਪਊਗੀ। ਤੇ ਉਹਨੇ ਮੈਨੂੰ ਉਲਟ ਇਹ ਜਵਾਬ ਦਿੱਤਾ, ਕਹਿੰਦਾ ਨਹੀਂ ਸਰ, ਮੇਰੇ ਲਈ ਰਮਤਾ ਜੋਗੀ ਦਾ ਜਿਹੜਾ ਕਰੈਕਟਰ ਉਹ ਵੱਧ ਔਖਾ ਸੀ, ਕਿਉਂਕਿ ਉਹਦੇ 'ਚ ਮੈਨੂੰ ਉਹ ਕੰਮ ਕਰਨੇ ਪੈਣੇ ਸੀ ਜਿਹੜੇ ਮੈਂ ਜ਼ਿੰਦਗੀ 'ਚ ਨਹੀਂ ਕੀਤੇ, ਜਿਹੋ ਜਿਹਾ ਮੈਂ ਹੈ ਨਹੀਂਗਾ। ਕੁੜੀ ਨਾਲ ਆਸ਼ਕੀ ਕਰਨੀ ਜਾਂ ਮੋਟਰਸਾਈਕਲ ਤੇ ਜਾਂ ਕੁੜੀ ਨੂੰ ਲੈ ਗਿਆ ਭਜਾ ਕੇ, ਇਹੋ ਜਿਹਾ ਕੁਛ ਉਹਨੇ ਨਹੀਂ ਕੀਤਾ ਸੀ। ਉਹ ਕਹਿੰਦਾ ਜੋਰੇ ਵਰਗਾ ਤਾਂ ਮੈਂ ਹੈਗਾ ਹੀ ਆ, ਮਤਲਬ ਉਹ ਬਾਗੀਅਤ ਉਹਦੀ ਤਬੀਅਤ 'ਚ ਸੀਗੀ, ਉਹ ਅਗਰੈਸ਼ਨ, ਉਹ ਗੁੱਸਾ, ਉਹ ਸਾਰਾ ਕੁਝ ਉਹਦੇ 'ਚ ਸੀਗਾ ਹੀ। ਇਸ ਕਰਕੇ ਜਦੋਂ ਮੈਂ ਉਹਨੂੰ ਜੋਰੇ ਲਈ ਚੁਣਦਾ ਜਾਂ ਮੈਂ ਇਹ ਕਹਿਣਾ ਹੁੰਦਾ ਕਿ ਇਹ ਕੋਈ ਪਰਮਾਤਮਾ ਹੀ ਕਰ ਰਿਹਾ ਸੀ ਸਾਰਾ ਕੁਝ, ਮੈਂ ਦੀਪ ਨੂੰ ਸਿਰਫ ਜੋਰੇ ਲਈ ਨਹੀਂ ਸੀ ਚੁਣ ਰਿਹਾ, ਪਰਮਾਤਮਾ ਸਾਨੂੰ ਦੋਹਾਂ ਨੂੰ ਚੁਣ ਰਿਹਾ ਸੀ ਕਿ ਤੁਸੀਂ ਦੋਨੇ ਇਕੱਠੇ ਹੋ। ਮੈਂ ਜਿਹੜੀਆਂ ਗੱਲਾਂ ਲਿਖ ਰਿਹਾ ਸੀ, ਜਿਸ ਵਾਰ ਉਹ ਡਾਇਲੌਗ ਮੈਂ ਲਿਖੇ ਆ, ਉਦੋਂ ਮੈਂ ਦੀਪ ਨੂੰ ਜਾਣਦਾ ਵੀ ਨਹੀਂ ਸੀ, ਦੀਪ ਨੂੰ ਮਿਲਿਆ ਵੀ ਨਹੀਂ ਸੀ, ਪਰ ਉਹੀ ਗੱਲਾਂ ਬਾਅਦ ਦੇ ਵਿੱਚ ਜਦੋਂ ਦੀਪ ਦੇ ਮੂੰਹੋਂ ਆਉਂਦੀਆਂ ਨੇ ਕਿ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਆ ਤੇ ਉੱਡਣ ਵਾਲੇ ਨੂੰ ਅਸਮਾਨ, ਸਾਨੂੰ ਇਹ ਦੋਹੇ ਚਾਹੀਦੇ ਆ, ਜਿੱਥੇ ਵੀ ਜਿਵੇਂ ਵੀ ਮਿਲਣਗੇ ਅਸੀਂ ਛੱਡਣੇ ਥੋੜੇ ਆ। ਇਹ ਗੱਲ ਬਾਅਦ ਦੇ ਵਿੱਚ ਐ ਵਰਤੀ ਗਈ ਜਿਵੇਂ ਕਿਸਾਨ ਸੰਘਰਸ਼ ਦਾ ਇੱਕ ਨਾਰਾ ਹੁੰਦਾ। ਇਹ ਐ ਨਹੀਂ ਵਰਤੀ ਗਈ ਕਿ ਫਿਲਮ ਦਾ ਡਾਇਲੌਗ ਆ, ਹਨਾ, ਜਾਂ ਇਹ ਸੱਪ ਦੀ ਖਾਡਾ ਛੋਟਿਆ। ਇਹ ਸਾਰੀਆਂ ਗੱਲਾਂ ਉਹ ਕਿਸਾਨ ਸੰਘਰਸ਼ ਦੇ ਵਿੱਚ ਵਰਤੀਆਂ ਗਈਆਂ, ਦੀਪ ਦੀਆਂ ਸਟੇਜਾਂ ਤੇ ਵਰਤੀਆਂ ਗਈਆਂ। ਇਸ ਕਰਕੇ ਦੀਪ ਉਸ ਕਰੈਕਟਰ ਦੇ ਨਾਲ ਇੱਕਮਿਕ ਸੀਗਾ। ਕੁਦਰਤ ਆਪਣੇ ਆਪ ਹੀ, ਜਿਵੇਂ ਦੀਪ ਕਹਿੰਦਾ ਕਿ ਕਲਾ ਵਾਪਰ ਰਹੀ ਹੈ, ਵਾਹਿਗੁਰੂ ਪਰਮਾਤਮਾ ਗੁਰੂ ਸਾਹਿਬ ਆਪਣੇ ਆਪ ਹੀ ਇੱਕ ਕਲਾ ਵਰਤਾ ਰਹੇ ਸੀ, ਜਿਹਦੇ 'ਚ ਇੱਕ ਪਾਸੇ ਮੈਂ ਫਿਲਮ ਲਿਖ ਰਿਹਾ, ਮੇਰੇ ਤੋਂ ਲਿਖਵਾਈ ਜਾ ਰਹੀ ਹੈ, ਦੂਜੇ ਪਾਸੇ ਕਿਸੇ ਹੋਰ ਜਗ੍ਹਾ ਤੇ ਦੀਪ
ਪਰ ਸਾਨੂੰ ਦੋਨਾਂ ਨੂੰ ਇਕੱਠੇ ਕਰਦਾ। ਦੇਖੋ ਕਮਾਲ ਦੀ ਗੱਲ, ਦੇਖੋ ਜਦੋਂ ਕਿ ਅਸੀਂ ਦੋਨੇ ਹੀ ਬਠਿੰਡੇ ਦੇ ਹਾਂ, ਦੀਪ ਦਾ ਬਚਪਨ ਵੀ ਬਠਿੰਡੇ ਦਾ, ਮੈਂ ਜੰਮਪਾਲਾ ਬਠਿੰਡੇ ਦਾ, ਪਰ ਅਸੀਂ ਬਠਿੰਡੇ ਨਹੀਂ ਮਿਲੇ ਕਦੇ ਵੀ। ਅਸੀਂ 2015 ਚ ਮਿਲਦੇ ਹਾਂ ਚੰਡੀਗੜ੍ਹ। ਉਦੋਂ ਮੈਨੂੰ ਦੀਪ ਦੱਸਦਾ ਕਿ ਮੈਂ ਤਾਂ ਬਠਿੰਡੇ ਦਾ ਹੀ ਹਾਂ, ਜਦੋਂ ਕਿ ਦੀਪ ਦੇ ਚਾਚੇ ਤਾਇਆਂ ਨੂੰ ਹੋਰ ਸਾਰੇ ਪਰਿਵਾਰ ਨੂੰ ਮੈਂ ਜਾਣਦਾ ਸੀ, ਪਰ ਦੀਪ ਉਦੋਂ 10 ਸਾਲ ਹੋ ਚੁੱਕੇ ਸੀ ਉਹਨੂੰ ਬੰਬੇ। ਇਸ ਕਰਕੇ ਜਦੋਂ ਉਹ ਗੱਲ ਵਾਪਰਦੀ ਆ ਤਾਂ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਦੀਪ ਆ ਜਿਹੜਾ, ਪਹਿਲਾਂ ਤਾਂ ਜੋਰਾ ਦੀਪ ਦੇ ਕਰੈਕਟਰ ਦਾ ਵਿਸਤਾਰ ਆ, ਤੇ ਫਿਰ ਦੀਪ ਜੋਰੇ ਦਾ ਵਿਸਤਾਰ ਆ। ਮੈਂ ਇੱਕੋ ਹੀ ਗੱਲ ਕਹਿਣਾ ਹੁੰਦਾ ਕਿ ਨੌਜਵਾਨ ਪੀੜ੍ਹੀ ਨੂੰ ਕਹਿਣਾ ਹੁੰਦਾ ਮੈਂ ਕਿ ਉਹ ਮੇਰੇ ਤੋਂ ਪੁੱਛਦੇ ਆ ਕਿ ਦੀਪ ਕਿਹੜੀਆਂ ਕਿਤਾਬਾਂ ਪੜ੍ਹਦਾ ਸੀ, ਦੀਪ ਇੰਨਾ ਸਿਆਣਾ ਕਿਵੇਂ ਸੀ। ਮੈਂ ਉਹਨਾਂ ਨੂੰ ਕਹਿਣਾ ਹੁੰਦਾ ਕਿ ਤੁਸੀਂ ਨਾ ਸਿਰਫ ਇੰਨੀ ਜਰਨੀ ਹੈ ਜਿਹੜੀ ਦੀਪ ਦੀ, ਦੀਪ ਸਿੱਧੂ ਤੋਂ ਭਾਈ ਸੰਦੀਪ ਸਿੰਘ ਬਣਨ ਤੱਕ ਦਾ ਜਿਹੜਾ ਉਹਦਾ ਸਫ਼ਰ ਆ, ਸਿਰਫ ਇਹ ਵਾਚੋ ਕਿ ਉਹ ਇੱਕ ਦੀਪ ਸਿੱਧੂ ਭਾਈ ਸੰਦੀਪ ਸਿੰਘ ਕਿਵੇਂ ਬਣ ਗਿਆ। ਇਸ ਕਰਕੇ ਪਹਿਲਾਂ ਦੀਪ ਸਿੱਧੂ ਜੋਰਾ ਬਣਦਾ, ਲੋਕ ਨਾਂ ਨਹੀਂ ਸੀ ਜਾਣਦੇ, ਕਹਿੰਦੇ ਜੋਰਾ ਜੋਰਾ ਜੋਰਾ। ਫਿਰ ਜੋਰੇ ਤੋਂ ਫਿਰ ਉਹ ਦੀਪ ਸਿੱਧੂ ਬਣਦਾ ਕਿ ਯਾਰ ਇਹਦਾ ਬੰਦੇ ਦਾ ਨਾਮ ਦੀਪ ਸਿੱਧੂ। ਫਿਰ ਦੀਪ ਸਿੱਧੂ ਤੋਂ ਉਹ ਭਾਈ ਸੰਦੀਪ ਸਿੰਘ ਬਣਦਾ। ਇਸ ਕਰਕੇ ਉਹ ਉਸ ਕਰੈਕਟਰ ਨਾਲ ਉਹ ਇੱਕ ਮਿਕਸ ਸੀ, ਔਰ ਉਸ ਕਿਸਮ ਦੇ ਬੰਦੇ, ਉਸ ਕਿਸਮ ਦੇ ਨੌਜਵਾਨ, ਉਸ ਕਿਸਮ ਦੇ ਯੋਧੇ ਆ ਜਿਹੜੇ ਉਹ ਸਦੀਆਂ ਬਾਅਦ ਕਿਤੇ ਪੈਦਾ ਹੁੰਦੇ ਨੇ। ਹੁਣ ਮੈਨੂੰ ਬਥੇਰੇ ਲੋਕ ਕਹਿ ਦਿੰਦੇ ਆ, ਭਾਵ ਕੋਈ ਕਹਿ ਦਿੰਦੇ ਆ ਕਿ ਜੀ ਤੁਸੀਂ ਦੀਪ ਸਿੱਧੂ ਨੂੰ ਲੱਭਿਆ ਸੀ, ਹੁਣ ਹੋਰ ਯੋਧੇ ਲੱਭੋ, ਹਨਾ। ਇਹ ਇਦਾਂ ਨਹੀਂ ਹੁੰਦਾ। ਇਹ ਮੇਰੇ ਵਰਗੇ ਤੁੱਛ ਬੰਦੇ ਦੇ ਤਾਂ ਬਿਲਕੁਲ ਹੀ ਕੁਛ ਹੱਥ 'ਚ ਨਹੀਂ, ਇਹ ਪਰਮਾਤਮਾ ਦੇ ਹੱਥ 'ਚ ਹੈ। ਪਰ ਦੀਪ ਸਿੱਧੂ ਦਾ ਬਦਲ ਇਸ ਤਰੀਕੇ ਨਾਲ ਹਾਲੇ ਸਾਨੂੰ ਨੇੜਲੇ ਭਵਿੱਖ 'ਚ ਨਹੀਂ ਕੋਈ ਨਜ਼ਰ ਆ ਰਿਹਾ। ਜਿਸ ਫਿਲਮ ਇੰਡਸਟਰੀ ਦੀ ਜਾਂ ਜਿਸ ਮਿਊਜ਼ਿਕ ਇੰਡਸਟਰੀ ਦੇ ਨਾਲ ਤੁਸੀਂ ਜੋੜ ਕੇ ਸਵਾਲ ਪੁੱਛਿਆ, ਉੱਥੇ ਤਾਂ ਮਤਲਬ ਹੀ ਨਹੀਂ। ਦੀਪ ਸਿੱਧੂ ਦੀ ਜਿਹੜੀ ਇੱਕ ਹੋਰ ਗੱਲ ਲੋਕਾਂ ਦੇ ਮਨ 'ਚ ਇਹ ਵੀ ਕਿਤੇ ਜਿਹੜੀ ਜੋਰਾ 10 ਨੰਬਰੀਆ ਲਿਖੀ ਹੋਈ ਹੈ ਦੀਪ ਦੀ, ਕਿਤੇ ਕੋਈ ਜੀਵਨੀ ਨਾਲ ਰਿਲੇਟਡ ਤਾਂ ਨਹੀਂ, ਉਹ ਵੀ ਗੱਲ ਨੂੰ ਥੋੜਾ ਜਿਹਾ ਕਲੀਅਰ ਕਰ ਦਿਓ, ਭਾਵੇਂ ਕਿ ਪਤਾ ਹੀ ਹੈ ਕਿ ਇਹ ਸਕ੍ਰਿਪਟ ਹੈ। ਜੀ ਇਹ ਇੱਕ ਕਹਾਣੀ ਆ ਫਿਲਮ ਦੀ। ਮੈਂ ਬਠਿੰਡੇ ਦਾ ਜੰਮਪਾਲਾ, ਬਹੁਤ ਸਾਰੀਆਂ ਘਟਨਾਵਾਂ ਨੇ ਇਹਦੇ 'ਚ ਸੱਚੀਆਂ ਨੇ, ਔਰ ਬਠਿੰਡੇ 'ਚ ਰਹਿਣ ਵਾਲੇ ਜਾਂ ਉਸ ਇਲਾਕੇ 'ਚ ਰਹਿਣ ਵਾਲੇ ਲੋਕ ਜਾਂ ਉਸ ਇਲਾਕੇ ਦੇ ਜੰਮਪਲ ਪੰਜਾਬ 'ਚ ਕਿਤੇ ਵੀ ਹੋਣ ਜਾਂ ਦੁਨੀਆ ਦੇ ਵਿੱਚ ਕਿਤੇ ਵੀ ਬੈਠੇ ਹੋਣ, ਉਹ ਕਹਾਣੀ ਨੂੰ ਦੇਖ ਕੇ ਸਮਝ ਜਾਂਦੇ ਨੇ ਕਿ ਕਿਹੜੇ ਕਰੈਕਟਰਾਂ ਤੋਂ ਪ੍ਰਭਾਵਿਤ ਆ, ਹਨਾ। ਜਿਵੇਂ ਮੈਂ ਇੱਕ ਜਗ੍ਹਾ ਮੈਂ ਇਹ ਗੱਲ ਦੱਸੀ ਵੀ ਸੀ ਕਿ ਮੇਰੇ ਸੀਨੀਅਰ ਸੀਗੇ ਬਾਈ ਡਿੰਪੀ ਚੰਦਪਾਨ, ਹਨਾ, ਜਾਂ ਮੈਂ ਇਸ ਕਿਸਮ ਦੇ ਜਿਹੜੇ ਸੀਗੇ ਸਾਡੇ ਬਠਿੰਡੇ ਦੇ ਏਰੀਏ ਦੇ ਜਿਹੜੇ ਮੇਰੇ ਕਾਲਜ ਦੇ ਵਿੱਚ ਸੀਨੀਅਰ ਸੀ, ਮੈਂ ਉਹਨਾਂ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਦੇਖਿਆ ਤੇ ਮੇਰੀ ਕਹਾਣੀ ਤਾਂ ਉਹਨਾਂ ਲੋਕਾਂ ਤੋਂ ਪ੍ਰਭਾਵਿਤ ਸੀਗੀ, ਹਨਾ। ਮੈਂ ਗੱਲ ਜਿਹੜੀ ਕਰਨੀ ਚਾਹੁੰਦਾ ਸੀ ਉਹ, ਕਿਉਂਕਿ ਮੈਂ ਬਿਨਾਂ ਗੱਲ ਤੋਂ ਬਿਨਾਂ ਮਕਸਦ ਤੋਂ ਫਿਲਮ ਨਹੀਂ ਬਣਾਉਂਦਾ। ਮੈਂ ਫਿਲਮ ਇਸ ਮਕਸਦ ਨਾਲ ਬਣਾਈ ਸੀ ਕਿ ਮੈਂ ਇਹ ਦੱਸਣਾ ਚਾਹੁੰਦਾ ਸੀ ਕਿ ਇਹਦਾ ਸੈਂਟਰਲ ਆਈਡੀਆ ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ। ਉਹ ਗੁੰਡਿਆਂ ਦੀ ਆਖਰੀ ਪਨਾਹ ਕਿਵੇਂ ਹੁੰਦੀ ਹੈ? ਇੱਕ ਗੁੰਡਾ ਜਿਹੜਾ ਉਹ ਲੀਡਰ ਬਣਨ ਤੱਕ ਕਿਵੇਂ ਪਹੁੰਚਦਾ, ਤੇ ਜਾਂ ਸਾਡੇ ਜਿਹੜੇ ਲੀਡਰ ਬੈਠੇ ਨੇ ਉਹਨਾਂ ਚੋਂ ਕਿੰਨਿਆਂ ਦਾ ਜਿਹੜਾ ਭੂਤਕਾਲ ਆ ਜਿਹੜਾ ਉਹ ਗੁੰਡਾ ਹੈਗਾ, ਇਹਦੇ ਬਾਰੇ ਸੋਚੋ, ਹਨਾ। ਹੁਣ ਮੈਨੂੰ ਕਈ ਲੋਕ ਕਹਿ ਦਿੰਦੇ ਆ ਤੁਸੀਂ ਤਾਂ ਗੈਂਗਸਟਰਾਂ ਨੂੰ ਪ੍ਰਮੋਟ ਕਰਦੇ ਹੋ, ਤੁਸੀਂ ਕੋਈ ਚੱਜ ਦੀ ਫਿਲਮ ਬਣਾਓ ਜਿਹੜੀ ਨੌਜਵਾਨ ਪੀੜ੍ਹੀ ਨੂੰ ਸੇਧ ਦੇਵੇ। ਮੈਂ ਉਹਨਾਂ ਨੂੰ ਇਹੀ ਕਹਿਣਾ ਹੁੰਦਾ ਕਿ ਤੁਸੀਂ ਫਿਲਮ ਦੇਖੀ ਨਹੀਂ, ਤੁਹਾਨੂੰ ਪਤਾ ਨਹੀਂਗਾ ਗੱਲ ਦਾ, ਇਹਦੇ 'ਚ ਬਹੁਤ ਵੱਡੀ ਸੇਧ ਆ। ਮੈਂ ਪੂਰੇ ਸਿਸਟਮ ਬਾਰੇ, ਜਿਹਦੇ 'ਚ ਇੱਕ ਪਾਸੇ ਪੁਲਿਸ ਤੰਤਰ ਆ, ਇੱਕ ਪਾਸੇ ਰਾਜਨੀਤੀ ਆ, ਇੱਕ ਪਾਸੇ ਸਾਡੇ ਨੌਜਵਾਨ ਨੇ, ਉਹ ਸਾਰਾ ਜਿਹੜਾ ਉਹਨਾਂ ਦਾ ਇੰਟਰੈਕਸ਼ਨ ਆ ਇੱਕ ਦੂਜੇ ਦੇ ਨਾਲ, ਉਹ ਜਿਵੇਂ ਜੁੜੀਆਂ ਵੀਆਂ ਨੇ, ਤੰਦਾਂ ਨੇ, ਮੈਂ ਉਸ ਸਾਰੀ ਜਰਨੀ ਨੂੰ ਦਿਖਾ ਰਿਹਾ। ਫਸਟ ਜੋਰਾ 'ਚ ਵੀ ਦਿਖਾਈ, ਉਦੋਂ ਅੱਗੇ ਸੈਕੰਡ ਜੋਰਾ 'ਚ ਵੀ ਦਿਖਾਈ। ਤਾਂ ਮੇਰੇ ਹਿਸਾਬ ਨਾਲ ਤਾਂ ਮੈਂ ਅਕਲ ਦੇਣ ਦੀ ਉਹੀ ਗੱਲ ਕਰ ਰਿਹਾ, ਹਨਾ। ਮੈਂ ਕਿਸੇ ਗੈਂਗਸਟਰ ਨੂੰ ਨਹੀਂ ਪ੍ਰਮੋਟ ਕਰ ਰਿਹਾ, ਕਿਉਂਕਿ ਉਹ ਤਾਂ ਮੈਂ ਤਾਂ ਪ੍ਰਮੋਟ ਕਰਾਂ ਜੇ ਇਸ ਗੱਲ ਦਾ ਮੈਨੂੰ ਬਹੁਤ ਕੋਈ ਪੈਸੇ ਮਿਲਦੇ ਹੋਣ। ਮੇਰੀਆਂ ਦੋਨੇ ਫਿਲਮਾਂ ਹੀ ਆ ਜਿਹੜੀਆਂ, ਉਹ ਜੇ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਉਹ ਸਫਲ ਫਿਲਮਾਂ ਨਹੀਂ ਗਈਆਂ, ਉਹ ਵੱਖਰੀ ਗੱਲ ਆ। ਉਹ ਬਾਅਦ ਦੇ ਵਿੱਚ ਬਹੁਤ ਚਰਚਿਤ ਹੋਈਆਂ, ਬਹੁਤ ਦੇਖੀਆਂ ਗਈਆਂ, ਅੱਜ ਉਹਨਾਂ ਦੀ ਬਹੁਤ ਚਰਚਾ, ਬਹੁਤ ਉਹਨਾਂ ਨੂੰ ਪਸੰਦ ਕੀਤਾ ਜਾਂਦਾ, ਪਰ ਸਿਨੇਮੇ ਦੇ ਵਿੱਚ ਤਾਂ ਉਹਨਾਂ ਨੇ ਨਹੀਂ ਨਾ ਪੈਸੇ ਕਮਾਏ। ਜੇ ਮੈਂ ਪੈਸੇ ਕਮਾਉਣੇ ਹੁੰਦੇ ਫਿਰ ਮੈਂ ਹੋਰ ਤਰ੍ਹਾਂ ਦੀਆਂ ਕਮੇਡੀ ਫਿਲਮਾਂ ਜਿਹੜੀਆਂ ਉਹ ਬਣ ਰਹੀਆਂ ਉਹ ਕਰਦਾ। ਇਸ ਕਰਕੇ ਇਹ ਗੱਲ ਆ ਜਿਹੜੀ ਸਮਝਣ ਵਾਲੀ ਆ ਕਿ ਅਸੀਂ ਕਿਸੇ ਮਨੋਰਥ ਨੂੰ ਲੈ ਕੇ ਚੱਲ ਰਹੇ,
ਹਾਂ, ਆਖਰ 'ਚ ਮੈਂ ਇੱਕ ਸਵਾਲ ਹੋਰ ਪੁੱਛਣਾ ਕਿ ਜਿਵੇਂ ਜੋਰਾ ਰੀਲੋਡਡ ਹੈ, ਉਹ ਫਿਲਮ ਦੀ ਕਾਫੀ ਚਰਚਾ ਹੋ ਰਹੀ ਸੀ, ਕਹਿ ਰਹੇ ਸੀ ਵੀ ਸ਼ੂਟਿੰਗ ਸ਼ੁਰੂ ਹੋ ਰਹੀ ਹੈ ਜੀ। ਤਾਂ ਉਸ ਤੋਂ ਬਾਅਦ ਇਹ ਦੀਪ ਵਾਲਾ ਜਿਹੜੀ ਅਣਹੋਣੀ ਘਟਨਾ ਉਹ ਹੁੰਦੀ ਹੈ, ਤਾਂ ਹੁਣ ਤੁਹਾਨੂੰ ਲੱਗਦਾ ਹੈਗਾ ਵੀ ਉਸ ਫਿਲਮ ਵਾਸਤੇ ਕੋਈ ਕਰੈਕਟਰ ਹੈਗਾ? ਨਹੀਂ, ਉਹ ਫਿਲਮ ਕਦੇ ਨਹੀਂ ਬਣੂਗੀ। ਅੱਛਾ। ਨਾ ਹੀ ਉਹਦੇ ਤੇ ਮੈਂ ਸੋਚਣਾ, ਨਾ ਹੀ ਉਹ ਮਤਲਬ ਇੱਕ ਦੁਖਾਂਤ ਆ ਬਹੁਤ ਵੱਡਾ ਉਹ, ਕਿਉਂਕਿ ਤੁਹਾਡੇ ਸਾਹਮਣੇ ਪਹਿਲੀ ਵਾਰੀ ਇਹ ਮੈਂ ਗੱਲ ਦਾ ਕਹਿ ਰਿਹਾ, ਕਈ ਤਾਂ ਹੋਰਾਂ ਥਾਂ ਤੇ ਆ ਪਰ ਉੱਥੇ ਇਹਨਾਂ ਸ਼ਬਦਾਂ 'ਚ ਨਹੀਂ ਕਹੀ। ਜਿਸ ਦਿਨ ਦੀਪ ਜਾਂਦਾ 15 ਫਰਵਰੀ ਨੂੰ, ਉਸ ਦਿਨ ਕੱਲਾ ਦੀਪ ਹੀ ਨਹੀਂ ਜਾਂਦਾ, ਉਸ ਦਿਨ ਜੋਰੇ ਦੀ ਵੀ ਡੈਥ ਹੁੰਦੀ ਹੈ। ਮੇਰੇ ਲਈ ਉਸ ਦਿਨ 2 ਮੌਤਾਂ ਹੁੰਦੀਆਂ ਨੇ, ਇੱਕ ਦੀਪ ਸਿੱਧੂ ਦੀ, ਇੱਕ ਜੋਰੇ ਦੀ, ਕਿਉਂਕਿ ਮੇਰੇ ਲਈ ਜੋਰਾ ਦੀਪ ਸਿੱਧੂ ਆ, ਦੀਪ ਸਿੱਧੂ ਹੀ ਜੋਰਾ। ਔਰ ਦੀਪ ਦੇ ਨਾਲ ਜਿੰਨਾ ਮੇਰਾ ਪਿਆਰ ਆ, ਜਾਂ ਜਿੰਨਾ ਮੇਰਾ ਉਹਦੇ ਨਾਲ ਦੇਹ ਆ, ਜਿੰਨਾ ਉਹਦੇ ਨਾਲ ਮੇਰੀ ਅਟੈਚਮੈਂਟ ਆ, ਜਾਂ ਜਿੰਨਾ ਮੈਂ ਉਹਨੂੰ ਸਮਰਪਿਤ ਆ, ਮੈਨੂੰ ਇਹ ਲੱਗਦਾ ਕਿ ਮੇਰਾ ਉਹਦੇ ਜਾਣ ਤੋਂ ਬਾਅਦ ਇਹ ਸੋਚਣਾ ਕਿ ਮੈਂ ਹੁਣ ਜੋਰਾ ਕਿਸੇ ਹੋਰ ਐਕਟਰ ਨਾਲ ਬਣਾ ਲਾਂ ਤਾਂ ਇਹ ਉਹਦੀ ਯਾਦ ਨੂੰ ਔਰ ਉਹਦੀ ਜੋ ਮੇਰਾ ਪਿਆਰ ਆ ਉਹਦੇ ਪ੍ਰਤੀ, ਉਹਦੇ ਨਾਲ ਇਹ ਬੇਈਮਾਨੀ ਨਹੀਂ। ਮੈਂ ਇਸ ਗੱਲ ਨੂੰ ਉੱਥੇ ਹੀ ਛੱਡਤਾ। ਬਸ 2 ਪਾਰਟ ਆਏ ਸੀ ਜੋਰਾ ਦੇ, ਬਸ ਰੀਲੋਡਡ ਮੈਂ ਲਿਖੀ ਸੀ, ਰੀਲੋਡਡ ਜੋਰਾ ਜਿਹੜੀ ਆ ਉਹ 10 ਜਾਂ 15 ਮਾਰਚ ਦੇ ਵਿੱਚ ਅਸੀਂ ਕਿਤੇ ਸ਼ੁਰੂ ਕਰਨੀ ਸੀ, ਉਹ ਨਹੀਂ ਹੋ ਸਕਿਆ, ਤਾਂ ਇਹ ਚੈਪਟਰ ਖਤਮ। ਤਾਂ ਜਿਹੜੇ ਦੀਪ ਨੇ ਮੁੱਦੇ ਚੁੱਕੇ ਪੰਜਾਬ ਦੇ ਜੀ, ਉਹ ਜਿਵੇਂ ਤੁਹਾਨੂੰ ਮੈਂ ਪਹਿਲਾਂ ਕਹਿ ਚੁੱਕਿਆ ਵੀ ਲੋਕ ਸੋਚਦੇ ਸੀ ਕਿਤੇ ਅਮਰਦੀਪ ਗਿੱਲ ਉਹ ਸਾਰੀ ਵਿਚਾਰਧਾਰਾ ਦੇ ਪਿੱਛੇ ਹੈ, ਤਾਂ ਦੀਪ ਤੋਂ ਵੀ ਇਹ ਆਸ ਰੱਖੀ ਜਾਂਦੀ ਸੀ ਵੀ ਦੀਪ ਦੀਆਂ ਆਉਣ ਵਾਲੀਆਂ ਫਿਲਮਾਂ ਉਹੀ ਪੰਜਾਬੀ ਮੁੱਦਿਆਂ ਤੇ ਹੋਣਗੀਆਂ, ਪੰਜਾਬ ਦੇ ਮੁੱਦਿਆਂ ਤੇ ਜਾਂ ਕੌਮ ਦੇ ਮੁੱਦਿਆਂ ਤੇ ਹੋਣਗੀਆਂ। ਤਾਂ ਹੁਣ ਉਹ ਆਸ ਕਿਤੇ ਨਾ ਕਿਤੇ ਅਮਰਦੀਪ ਗਿੱਲ ਤੋਂ ਵੀ ਹੈਗੀ ਹੈ। ਬਿਲਕੁਲ ਬਿਲਕੁਲ। ਤਾਂ ਤੁਹਾਨੂੰ ਲੱਗਦਾ ਹੈਗਾ ਵੀ ਅਗਲੇ ਸਿਨੇਮਾ ਜਿਹੜਾ ਤੁਹਾਡਾ ਹੋਊਗਾ ਉਹ ਚੀਜ਼? ਬਿਲਕੁਲ, ਮੇਰਾ ਸਿਨੇਮਾ ਇਦੋਂ ਵੀ ਚੇਂਜ ਹੋਊਗਾ। ਮੇਰੇ ਸਿਨੇਮਾ ਜਿੱਦਾਂ ਮੇਰੀ ਸ਼ਖਸੀਅਤ ਤੇ ਅਸਰ ਆ ਦੀਪ ਸਿੱਧੂ ਦੇ ਜਾਣ ਦਾ, ਜਿੱਦਾਂ ਮੇਰੀ ਜ਼ਿੰਦਗੀ ਬਦਲ ਗਈ, ਜਿੱਦਾਂ ਮੇਰਾ ਰੋਜ਼ਮਰਰਾ ਦਾ ਜਿਹੜਾ ਜਿਉਣ ਦਾ ਜਾਂ ਕੰਮ ਦਾ ਢੰਗ ਤਰੀਕਾ ਬਦਲ ਗਿਆ, ਉਸੇ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਮੇਰੀਆਂ ਫਿਲਮਾਂ ਵੀ ਆ ਜਿਹੜੀਆਂ ਉਹ ਹੋਰ ਗੰਭੀਰ ਹੋਣਗੀਆਂ ਦੀਪ ਤੋਂ ਜਾਣ ਤੋਂ ਬਾਅਦ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਸਬਜੈਕਟ ਸੀ ਜਿਹੜੇ ਮੈਂ ਦੀਪ ਨਾਲ ਕਰਨਾ ਚਾਹੁੰਦਾ ਸੀ। ਜਿਸ ਤਰ੍ਹਾਂ ਇੱਕ ਵੈਬ ਸੀਰੀਜ਼ ਆ 1984 ਦੀ ਖਾੜਕੂ ਲਹਿਰ ਤੇ, ਹਨਾ, ਦਿਲਜੀਤ ਕਲਸੀ ਤੇ ਦੀਪ ਸਿੱਧੂ ਦੋਵਾਂ ਨੂੰ ਮੈਂ ਇਕੱਠੇ ਕਰਨਾ ਸੀਗਾ, ਹੁਣ ਉਹ ਬਣਾਉਂਗਾ ਮੈਂ। ਜਾਂ ਖਾਲੜਾ ਸਾਹਿਬ ਤੇ ਵੀ ਮੈਂ, ਜਸਵੰਤ ਸਿੰਘ ਖਾਲੜਾ ਹੋਰਾਂ ਤੇ ਵੀ ਮੈਂ ਇੱਕ ਵੈਬ ਸੀਰੀਜ਼ ਕਰਨੀ ਚਾਹੁੰਦਾ ਸੀਗਾ, ਉਹ ਵੀ ਦੀਪ ਨਾਲ ਸੀ। ਇਸ ਤੋਂ ਇਲਾਵਾ ਆਪਣਾ ਇੱਕ ਬਹੁਤ ਵੱਡਾ ਸਬਜੈਕਟ ਆ ਜਿਹੜਾ ਮੇਰਾ ਡ੍ਰੀਮ ਪ੍ਰੋਜੈਕਟ ਆ, ਹਰੀ ਸਿੰਘ ਨਲਵਾ ਤੇ ਮੈਂ ਇੱਕ ਬਹੁਤ ਵੱਡੀ ਫਿਲਮ ਬਣਾਉਣੀ ਚਾਹੁੰਦਾ, ਔਰ ਉਹ ਬਹੁਤ ਵੱਡਾ ਸਬਜੈਕਟ ਆ, ਬਹੁਤ ਮਤਲਬ 100 ਕਰੋੜ ਦੇ ਬਜਟ ਦਾ ਸਬਜੈਕਟ ਆ, ਉਹ ਵੀ ਮੈਂ ਕਰਨਾ ਚਾਹੁੰਦਾ ਸੀਗਾ। ਇਸ ਤੋਂ ਇਲਾਵਾ ਮੈਂ ਇਸ ਇਲਾਕੇ 'ਚ ਜਿੱਥੇ ਮੈਂ ਬੈਠਾ ਹੈਗਾ ਤੇ ਉਹ ਇਲਾਕੇ ਇੱਧਰ ਨੇੜੇ ਹੀ ਆਪਣੇ ਸੁਨਾਮ ਕੋਲੇ ਪਿੰਡ ਆ, ਉੱਥੋਂ ਦੀ ਸਾਡੀ ਬਹੁਤ ਹੀ ਇੱਕ ਇਤਿਹਾਸਕ ਸ਼ਖਸੀਅਤ ਹੋਈ ਆ ਬੀਬੀ ਗੁਲਾਬ ਕੌਰ, ਉਹਨਾਂ ਤੇ ਵੀ ਮੈਂ ਫਿਲਮ ਕਰਨੀ ਚਾਹੁੰਦਾ। ਉਹ ਗਦਰ ਪਾਰਟੀ ਦੀ ਇੱਕ ਬਹੁਤ ਵੱਡਾ ਉਹਨਾਂ ਦਾ ਨਾਂ ਸੀਗਾ, ਸ਼ਹੀਦ ਕਰਤਾਰ ਸਿੰਘ ਸਰਾਭਾ ਹੋਰਾਂ ਦੇ ਟਾਈਮ ਦੇ ਵਿੱਚ। ਇਸ ਕਰਕੇ ਬਹੁਤ ਸਾਰੇ ਸਬਜੈਕਟ ਨੇ ਹਨਾ ਜਿਹੜੇ ਮੈਂ ਕਰਨੇ ਚਾਹੁੰਦਾ, ਤੇ ਮੈਨੂੰ ਇੱਦਾਂ ਲੱਗਦਾ ਕਿ ਮੈਂ ਉਹ ਜਿਹੜੇ ਜਦੋਂ ਮੈਂ ਕਰੂੰਗਾ ਜਾਂ ਜੋ ਅੱਜ ਵੀ ਮੈਂ ਲਿਖ ਰਿਹਾ ਤਾਂ ਮੈਂ ਉਹ ਸਾਰਾ ਕੁਛ ਆ ਜਿਹੜਾ ਉਹਦੇ ਤੇ ਦੀਪ ਦਾ ਪ੍ਰਭਾਵ ਹੋਣਾ ਕੁਦਰਤੀ ਆ, ਕਿਉਂਕਿ ਮੈਂ ਆਖਿਰ ਗੱਲ ਇਹੀ ਕਹੂੰਗਾ ਕਿ ਮੈਂ ਸੱਚੀ ਮੁੱਚੀ ਇਹ ਮੰਨਦਾ ਕਿ ਦੀਪ ਕਿਤੇ ਨਹੀਂ ਗਿਆ। ਮੈਂ ਦੀਪ ਦੀ ਹਾਜ਼ਰੀ ਨੂੰ ਮਹਿਸੂਸ ਕਰਦਾ, ਮੈਂ ਇਹ ਗੱਲ ਮੰਨਦਾ ਕਿ ਉਹ ਸਰੀਰਕ ਰੂਪ 'ਚ ਜਾ ਸਕਦਾ, ਪਰ ਉਹ ਵਿਚਾਰਧਾਰਕ ਤੌਰ ਤੇ ਜਾਂ ਜਜ਼ਬਾਤੀ ਤੌਰ ਤੇ ਹਮੇਸ਼ਾ ਮੇਰੇ ਨਾਲ। ਔਰ ਮੈਂ ਇਹ ਕਹਿਣਾ ਹੁੰਦਾ ਕਿ ਦੀਪ ਉਨਾ ਚਿਰ ਜਿਉਂਦਾ ਰਹੂਗਾ ਜਿੰਨਾ ਚਿਰ ਅਸੀਂ ਉਹਨੂੰ ਜਿਉਂਦਾ ਰੱਖ ਸਕਦੇ ਹਾਂ, ਔਰ ਅਸੀਂ ਉਹਨੂੰ ਐਂ ਜਿਉਂਦਾ ਰੱਖ ਸਕਦੇ ਹਾਂ ਕਿ ਜੋ ਜਿਹੀਆਂ ਉਹ ਗੱਲਾਂ ਕਰਦਾ ਸੀ, ਜਿਹੜੀ ਉਹਦੀ ਵਿਚਾਰਧਾਰਾ ਸੀ, ਉਹਨੂੰ ਅਸੀਂ ਅੱਗੇ ਲੈ ਕੇ ਜਾਈਏ।
ਇੱਕ ਫਿਲਮ ਮੇਕਰ ਦੇ ਤੌਰ ਤੇ ਉਹ ਮੈਨੂੰ ਬਹੁਤ ਜ਼ਿਆਦਾ ਮੇਰੇ ਤੇ ਵਿਸ਼ਵਾਸ ਕਰਦਾ ਸੀ, ਮੈਨੂੰ ਬਹੁਤ ਪਿਆਰ ਕਰਦਾ ਸੀ। ਉਹਨੂੰ ਮਤਲਬ ਹੋਰ ਕੋਈ ਫਿਲਮ ਵੀ ਹੁੰਦੀ ਕਰ ਰਿਹਾ ਹੁੰਦਾ ਤੇ ਮੈਨੂੰ ਕਹਿੰਦਾ ਹੁੰਦਾ ਸੀ ਕਿ ਸਾਰੇ ਦੇ ਡਾਇਲੌਗ ਰੀਰਾਈਟ ਕਰ ਦਿਓ, ਸਾਰੇ ਦੇ ਖਾਤਰ ਗਾਣੇ ਲਿਖ ਦਿਓ। ਬਹੁਤ ਮੇਰੇ ਤੋਂ ਉਹਨੂੰ ਸਾਡਾ ਇੱਕ ਦੂਜੇ ਨਾਲ ਸੀ ਇਦਾਂ ਦੀ ਗੱਲ ਹਨਾ ਕਿ ਮੈਂ ਉਹਨੂੰ ਕਦੇ ਨਾ ਨਹੀਂ ਸੀ ਕਰਦਾ ਹੁਣ। ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੀਆਂ ਗੱਲਾਂ ਦੀ ਉਮੀਦ ਮੇਰੇ ਤੋਂ ਰੱਖਦਾ ਸੀਗਾ ਦੀਪ, ਉਹ ਦੀਪ ਦੀ ਗੈਰ ਹਾਜ਼ਰੀ 'ਚ ਕਰਨੀਆਂ ਹੋਰ ਵੀ ਜ਼ਿਆਦਾ ਜ਼ਰੂਰੀ ਹੈ। ਤਾਂ ਇਹ ਸਨ ਅਮਰਦੀਪ ਗਿੱਲ ਜੀ, ਜਿਨ੍ਹਾਂ ਦੀ ਕਿਤਾਬ ਸਾਹਿਬਦੀਪ ਪਬਲੀਕੇਸ਼ਨ ਵੱਲੋਂ ਆ ਰਹੀ ਹੈਗੀ। ਉਹ ਸਕ੍ਰਿਪਟ ਹੈ ਜੋਰਾ 10 ਨੰਬਰੀ ਹੈ ਫਿਲਮ ਦੀ। ਤਾਂ ਇੱਕ ਸਵਾਲ ਹੋਰ ਵੀ ਸੀ ਕਿ ਦੀਪ ਦੀ ਕਿਰਦਾਰ ਕੁਸ਼ੀ ਕਰਨ ਵਾਲਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੇਰੇ ਖਿਆਲ 'ਚ ਇਸ ਸਵਾਲ ਦਾ ਜਵਾਬ ਹੈ ਜਿਹੜਾ ਉਹ ਲੋਕਾਂ ਦੇ ਦੀਪ ਦੇ ਪ੍ਰਤੀ ਜਿਹੜਾ ਲੋਕਾਂ ਦਾ ਪਿਆਰ ਹੈ ਉਹਨਾਂ ਨੂੰ ਦੇਤਾ। ਸੋ ਮੈਂ ਨਹੀਂ ਚਾਹੁੰਦਾ ਕਿ ਇਹ ਸਵਾਲ ਹੁਣ ਦੁਬਾਰਾ ਕੀਤਾ ਜਾਵੇ, ਕਿਉਂਕਿ ਗਿੱਲ ਸਾਹਿਬ ਵੀ ਥੋੜੇ ਜਿਹੇ ਇਮੋਸ਼ਨਲ ਹੋ ਗਏ। ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।